प्यारे किसान वीरों ते भैनों, ਅਸੀਂ ਅਕਸਰ ਇਸ ਮੰਚ ਰਾਹੀਂ ਤੁਹਾਨੂੰ ਖੇਤੀ ਦੇ ਵਿਕਾਸ ਦੀਆਂ ਨਵੀਆਂ ਗੱਲਾਂ ਦੱਸਦੇ ਰਹਿੰਦੇ ਆ ਔਰ ਅੱਜ ਅਸੀਂ ਖਾਸ ਤੌਰ ਤੇ ਪੁੱਜੇ ਆ ਪਿੰਡ ਤਲਵੰਡੀ ਬਲਾਕ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ 'ਚ। ਇਸ ਪਿੰਡ ਦੇ ਵਿੱਚ ਕਾਫੀ ਖੇਤੀ ਵਿਕਾਸ ਦੇ ਕੰਮ ਕੀਤੇ ਜਾਂਦੇ ਨੇ ਔਰ ਵਧੀਆ ਕਿਸਾਨ ਵੀ ਕਾਫੀ ਸਾਡੇ ਨਾਲ ਜੁੜੇ ਨੇ। ਮੈਂ ਦਿਖਾਉਣਾ ਚਾਹਾਂਗਾ ਕਿ ਸਾਡੇ ਨਾਲ ਪਿੰਡ ਦੇ ਕਾਫੀ ਅਗਾਂਹ ਵਧੂ ਕਾਸ਼ਤਕਾਰ ਨਾਲ ਮਹਿਕਮਾ ਜ਼ਰਾਅਤ ਦੇ ਉੱਚ ਅਧਿਕਾਰੀ ਵੀ ਨਾਲ ਹੈਗੇ ਨੇ। ਇਹਨਾਂ ਦੀ ਮੁਲਾਕਾਤ ਕਰਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਜਿਹੜੀ ਜਿਸ ਸਥਿਤੀ 'ਚ ਆਪਾਂ ਹੈਗੇ ਆ, ਹੁਣ ਕਣਕ ਦੀ ਵਾਢੀ ਤੋਂ ਹੀ ਵਿਹਲੇ ਹੋਣ ਡਏ ਆ ਔਰ ਨਾਲ ਦੇ ਨਾਲ ਸਾਡੀ ਅਗਲੀ ਫਸਲ ਵਾਸਤੇ ਵੀ ਤਿਆਰੀ ਆਰੰਭੀ ਜਾ ਚੁੱਕੀ ਹੈ। ਤਿਆਰੀਆਂ ਅਸੀਂ ਕਰਨੀਆਂ ਸ਼ੁਰੂ ਕਰਤੀਆਂ, ਸੋਚਾਂ ਬਣਾਉਣੀਆਂ ਸ਼ੁਰੂ ਕਰਤੀਆਂ, ਪਰ ਇੱਕ ਸੋਚ ਬੜੀ ਜ਼ਰੂਰੀ ਹੈ, ਉਹ ਹੈ ਕਿ ਮੂੰਗੀ ਦੀ ਕਾਸ਼ਤ। ਮਾਹਿਰ ਕਹਿੰਦੇ ਨੇ ਕਿ ਇਸ ਸਮੇਂ ਜੇ ਮੂੰਗੀ ਦੀ ਕਾਸ਼ਤ ਨੂੰ ਆਪਾਂ ਕਰ ਲਈਏ, ਮੂੰਗੀ ਦੀ ਬਿਜਾਈ ਹੀ ਕਰ ਲਈਏ ਤੇ ਉਹਦੇ ਨਾਲ ਪੁਣ ਤੇ ਨਾਲੇ ਫਲੀਆਂ ਵਾਲੀ ਗੱਲ ਹੋ ਜਾਂਦੀ ਹੈ। ਕਣਕ ਦੀ ਨਾੜ ਵੀ ਸਾਂਭੀ ਜਾਂਦੀ ਹੈ ਤੇ ਨਾਲ ਮੂੰਗੀ ਦੇ ਰੂਪ ਵਿੱਚ ਆਪਾਂ ਨੂੰ ਫਸਲ ਵੀ ਮਿਲ ਜਾਂਦੀ ਹੈ ਤੇ ਹੋਰ ਵੀ ਬੜੇ ਫਾਇਦੇ ਹੁੰਦੇ ਨੇ। ਇਹ ਸਾਰੀਆਂ ਜਾਣਕਾਰੀਆਂ ਆਪਾਂ ਲੈਣੀਆਂ ਹੈ, ਕਿਸਾਨਾਂ ਨਾਲ ਗੱਲਾਂ ਵੀ ਕਰਨੀਆਂ ਹੈ। ਡਾਕਟਰ ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਜ਼ਿਲ੍ਹਾ ਗੁਰਦਾਸਪੁਰ ਮੇਰੇ ਨਾਲ ਨੇ, ਉਹਨਾਂ ਦੇ ਨਾਲ ਡਾਕਟਰ ਹਰਪਿੰਦਰ ਸਿੰਘ ਹੋਰ ਜਿਹੜੇ ਇਸ ਇਲਾਕੇ ਦੇ ਖੇਤੀਬਾੜੀ ਅਫਸਰ ਨੇ ਟ੍ਰੇਨਿੰਗ ਦੇ ਔਰ ਨਾਲ ਖੇਤੀਬਾੜੀ ਵਿਕਾਸ ਅਫਸਰ ਨੇ ਉਹ ਵੀ ਮੇਰੇ ਨਾਲ ਨੇ ਔਰ ਫਾਰਮਰ ਵੀ ਕਿਸਾਨ ਵੀ ਜਿਹੜੇ ਅਗਾਂਹ ਵਧੂ ਕਿਸਾਨ ਪਿੰਡ ਤਲਵੰਡੀ ਔਰ ਨਾਲ ਆਲੇ ਦੁਆਲੇ ਪਿੰਡਾਂ ਦੇ ਕਿਸਾਨ ਜਿਹੜੇ ਨੇ ਉੱਥੇ ਆਏ ਹੈ। ਡਾਕਟਰ ਅਮਰੀਕ ਸਿੰਘ ਜੀ, ਗੱਲ ਅਸੀਂ ਸ਼ੁਰੂਆਤ ਮੂੰਗੀ ਤੋਂ ਕਰੀਏ ਕਿਉਂਕਿ ਇਹ ਕਹਿੰਦੇ ਨਾ ਖਾਈਏ ਦਾਲ ਜਿਹੜੀ ਨਿਭੇ ਨਾਲ, ਸੋ ਦਾਲ ਜਿਹੜੀ ਬੜਾ ਮਹੱਤਵਪੂਰਨ ਸਾਡਾ ਪ੍ਰੋਟੀਨ ਦਾ ਸੋਮਾ ਹੈਗਾ। ਸੋ ਹੁਣ ਸਮਾਂ ਚੱਲਣ ਡਿਆ, ਕੀ ਕਹਿਣਾ ਚਾਹੋਗੇ? ਸੋ ਜਿਹੜੀ ਜੇਕਰ ਅਸੀਂ ਦੇਖੀਏ ਕਿ ਮੌਸਮੀ ਤਬਦੀਲੀਆਂ ਜਿਹੜੀਆਂ ਆ ਰਹੀਆਂ ਨੇ ਜਾਂ ਆ ਗਈਆਂ ਨੇ, ਉਹਦੇ ਨਾਲ ਸਾਡੀਆਂ ਜਿਹੜੀਆਂ ਮਿੱਟੀ ਦੀ ਜਿਹੜੀ ਆ ਉਤਪਾਦਕਤਾ ਉਹਦੀ ਜਿਹੜੀ ਬਣਤਰ ਜਿਹੜੀ ਆ ਉਹ 'ਤੇ ਬਹੁਤ ਇਫੈਕਟ ਪੈ ਰਿਹਾ। ਕਿਉਂਕਿ ਜਿਹੜੀ ਆਪਾਂ ਚਾਹੇ ਉਹ ਰਹਿੰਦ ਖੂੰਹਦ ਆ ਉਹਨੂੰ ਵਿੱਚ ਸਾੜਦੇ ਆ ਜਾਂ ਵਿੱਚ ਗਾਲਦੇ ਨਹੀਂ ਆ, ਉਹਦੇ ਨਾਲ ਕੀ ਹੈ ਕਿ ਉਸ ਨੂੰ ਬਰਕਰਾਰ ਰੱਖਣ ਲਈ, ਸਿਹਤ ਸੁਧਾਰਨ ਲਈ ਸਾਨੂੰ ਸਾਡਾ ਵਾ ਇੱਕ ਜਿਹੜਾ ਫਸਲੀ ਚੱਕਰ ਆ ਕਣਕ ਝੋਨੇ ਦਾ, ਇਹਦੇ ਵਿੱਚ ਸਾਨੂੰ ਇੱਕ ਫਸਲ ਜਿਹੜੀ ਲੈਣੀ ਬਹੁਤ ਜ਼ਰੂਰੀ ਹੈ ਜਿਹੜੀ ਫਲੀਦਾਰ ਹੋਵੇ, ਉਹ ਹੈ ਕਿ ਮੂੰਗੀ। ਜੇ ਆਪਾਂ ਇਸ ਚੀਜ਼ ਨੂੰ ਆਪਾਂ ਰੈਗੂਲਰ ਇੱਕ ਫੀਚਰ ਬਣਾ ਲਈਏ ਵੀ ਆਪਾਂ ਕਣਕ ਦੀ ਕਟਾਈ ਕੀਤੀ ਆ ਅਤੇ ਮੂੰਗੀ ਦੇ ਵਿੱਚ ਬਿਜਾਈ ਕੀਤੀ ਆ ਅਤੇ ਮੁੜ ਕੇ ਫਲੀਆਂ ਚੱਕ ਲਈਆਂ ਅਤੇ ਮੁੜ ਕੇ ਬਾਕੀ ਜਿਹੜਾ ਵਾ ਇਨਕਾਰਪੋਰੇਟ ਕਰ ਦਿੱਤਾ ਵਾ, ਅਤੇ ਉਹ ਜ਼ਿਆਦਾ ਬਹੁਤ ਵਧੀਆ ਜਿਹੜਾ ਇੱਕ ਆਮਦਨ ਦੀ ਆਮਦਨ ਹੋ ਜਾਂਦੀ ਹੈ ਅਤੇ ਨਾਲੇ ਜਿਹੜੀ ਜ਼ਮੀਨ ਦੀ ਸਿਹਤ ਜਿਹੜੀ ਆ ਉਹ ਵੀ ਬਣ ਜਾਂਦੀ ਹੈ। ਸੋ ਇਸ ਕਰਕੇ ਇਹ ਮੌਸਮ ਬੜਾ ਵਧੀਆ ਵਾ ਕਿ ਹੁਣ ਜੇ ਆਪਾਂ ਕਟਾਈ ਕਰ ਰਹੇ ਹਾਂ ਅਤੇ ਨਾਲੋਂ ਨਹੀਂ ਆਪਾਂ ਬਿਜਾਈ ਕਰ ਸਕਦੇ ਉਹਦੀ। ਬਿਲਕੁਲ ਜੀ, ਮੈਂ ਸਮਝਦਾ ਕਿ ਇਹ ਬੜਾ ਮਹੱਤਵਪੂਰਨ ਵੇਲਾ ਚੱਲਣ ਡਿਆ ਔਰ ਆਪਾਂ ਖੁੰਝੀਏ ਨਾ। ਡਾਕਟਰ ਅਮਰੀਕ ਸਿੰਘ ਜੀ, ਜਦੋਂ ਅਸੀਂ ਮੂੰਗੀ ਦੀ ਖੇਤੀ ਦੀ ਗੱਲ ਕਰਦੇ ਹਾਂ, ਕੀ ਪੂਰੇ ਸੂਬੇ ਦੇ ਵਿੱਚ ਇਸ ਫਸਲ ਦੀ ਕਾਸ਼ਤ ਨੂੰ ਤੁਸੀਂ ਸਿਫਾਰਿਸ਼ ਕਰਦੇ ਹੋ ਕਿ ਜਾਂ ਕੁਛ ਤੁਸੀਂ ਸੋਚਾਂ ਰੱਖੀਆਂ ਵੀ ਆਪਾਂ ਨੂੰ ਕਿਹੜੇ ਇਲਾਕੇ 'ਚ ਮੂੰਗੀ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ? ਸੋ ਕਿਸਾਨ ਵੀਰੋ, ਇਹਦੇ ਵਿੱਚ ਜਿਹੜੀ ਮੂੰਗੀ ਦੀ ਕਾਸ਼ਤ ਜਿਹੜੀ ਆ ਇਹ ਕੁਛ ਜਿਹੜੇ ਜਿੱਥੇ ਕਪਾਹ ਸਾਡੀ ਬੀਜੀ ਜਾਂਦੀ ਆ, ਉਹ ਕਪਾਹ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਦੀ ਚਿੱਟੀ ਮੱਖੀ ਦੀ, ਅਤੇ ਚਿੱਟੀ ਮੱਖੀ ਜਿਹੜੀ ਆ ਮੂੰਗੀ ਉੱਤੇ ਬਹੁਤ ਜ਼ਿਆਦਾ ਆ ਜਾਂਦੀ ਆ। ਮਹਿਕਮੇ ਖੇਤੀਬਾੜੀ ਵੱਲੋਂ ਵੀ ਇਹ ਸਿਫਾਰਿਸ਼ ਕੀਤੀ ਗਈ ਆ ਵੀ ਉਹ ਜ਼ਿਲ੍ਹੇ ਜਿੱਥੇ ਇੱਕ ਕਪਾਹ ਦੀ ਖੇਤੀ ਕੀਤੀ ਜਾਂਦੀ ਆ ਉੱਥੇ ਆਪਾਂ ਮੂੰਗੀ ਦੀ ਕਾਸ਼ਤ ਨਹੀਂ ਕਰਨੀ, ਅਤੇ ਬਾਕੀ ਜਿਹੜੇ ਤੁਹਾਡੇ ਸੈਂਟਰਲ ਡਿਸਟ੍ਰਿਕਟ ਆ, ਮਾਝੇ ਵਾਲੇ ਡਿਸਟ੍ਰਿਕਟ ਆ, ਇੱਥੇ ਆਪਾਂ ਜਿਹੜੀ ਕਾਸ਼ਤ ਬਿਲਕੁਲ ਬਹੁਤ ਵਧੀਆ ਕਰ ਸਕਦੇ ਹਾਂ। ਸੋ ਬੜੀ ਚੰਗੀ ਗੱਲ ਹੈ ਕਿ ਇਹ ਵੀ ਆਪਾਂ ਨੂੰ ਸੋਚ ਨੂੰ, ਇਸ ਸਿਫਾਰਿਸ਼ ਨੂੰ ਸਾਨੂੰ ਧਿਆਨ 'ਚ ਰੱਖਣਾ ਪਊਗਾ ਤਾਂ ਕਿ ਆਪਾਂ ਜੇ ਮੂੰਗੀ ਔਰ ਮਾਂਹ ਦੀ ਖੇਤੀ ਜੇ ਆਪਾਂ ਕਰ ਸਕਦੇ ਹਾਂ ਉਹਦਾ ਫਾਇਦਾ ਸਾਨੂੰ ਮਿਲ ਸਕਦਾ। ਹੁਣ ਜਦੋਂ ਅਸੀਂ ਅਜੇ ਖੇਤ ਦਿਵਸਾਂ 'ਚ ਆਉਂਦੇ ਹਾਂ ਅਤੇ ਅਸੀਂ ਪਾਰਟੀਕੂਲਰ ਇੱਕ ਵਿਸ਼ੇ ਦੀ ਗੱਲ ਤਾਂ ਕਰਨੇ ਹਾਂ, ਨਾਲ ਦੀ ਨਾਲ ਅਸੀਂ ਬਾਕੀ ਜਾਣਕਾਰੀ ਵੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਨੇ ਹਾਂ। ਸਲਵਿੰਦਰ ਸਿੰਘ ਜਿਹੜੇ ਕਿ ਇਸ ਇਲਾਕੇ ਦੇ ਬੜੇ ਅਗਾਂਹ ਵਧੂ ਕਾਸ਼ਤਕਾਰ ਨੇ ਔਰ ਉਹਨਾਂ ਦੇ ਖੇਤਾਂ 'ਚ ਆਪਾਂ ਖੜ੍ਹੇ ਹਾਂ ਔਰ ਕਾਫੀ ਇਹਨਾਂ ਨੇ ਉਪਰਾਲਾ ਕੀਤਾ ਹੈ ਖੇਤੀ ਵਿਭਿੰਨਤਾ ਦਾ ਔਰ ਨਵੇਂ ਢੰਗਾਂ ਰਾਹੀਂ ਇਹਨਾਂ ਕਣਕ ਦੀ ਕਾਸ਼ਤ ਵੀ ਕੀਤੀ। ਮੈਂ ਸਮਝਦਾ ਕਿ ਸਾਨੂੰ ਇਹਨਾਂ ਦੀ ਸਫਲਤਾ ਦੀ ਕਹਾਣੀ ਬਾਰੇ ਵੀ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ। ਸਲਵਿੰਦਰ ਜੀ, ਤੁਹਾਡੀ ਖੇਤੀ ਦਾ ਕੀ ਰੰਗ ਰੂਪ ਹੈ, ਕਿੰਨੀ ਤੁਹਾਡੇ ਕੋਲ ਰਕਬਾ ਹੈ ਔਰ ਕਿਹੜੀ ਤੁਸੀਂ ਫਸਲਾਂ ਦੀ ਕਾਸ਼ਤ ਕਰਦੇ ਹੋ? ਮੇਰੇ ਕੋਲੋਂ ਜੀ 4.5 ਏਕੜ ਇੱਥੇ ਜਿੱਥੇ ਖੜ੍ਹੇ ਅਸੀਂ ਇੱਥੇ ਰਕਬਾ ਔਰ ਸਾਰਾ ਔਰਗੈਨਿਕ ਹੈ 4 ਸਾਲ ਤੋਂ। ਲੇਕਿਨ ਇਹ ਜਿਹੜੀ ਹੈ ਇਹਦੇ ਵਿੱਚ 4.5 ਸਾਲ ਤੋਂ ਤੁਸੀਂ ਦੇਖ ਰਹੇ ਹੋ ਫਸਲ ਦੀ ਰੰਗ ਰੂਪ ਵੇਖੋ, ਇੱਥੇ ਹਰ ਤਰ੍ਹਾਂ ਦਾ ਫਰੂਟ ਲਗਾਇਆ, ਹਰ ਤਰ੍ਹਾਂ ਦੀਆਂ ਮਤਲਬ ਦਾਲਾਂ ਜਿਹੜੀਆਂ ਨੇ ਉਹ ਪੈਦਾ ਕੀਤੀਆਂ ਜਾਂਦੀਆਂ ਜੀ। ਫਿਰ ਅਨਾਜ, ਕਣਕ ਤੁਸੀਂ ਦੇਖਦੇ ਹੋ ਖੜੀ ਹੈ, ਮਲਚਿੰਗ ਦੇ ਨਾਲ ਬੀਜੀ ਹੋਈ ਹੈ ਜੀ, 4 ਸਾਲ ਤੋਂ ਇਸੇ ਤਰ੍ਹਾਂ ਬੀਜਨੇ ਆ ਜੀ। ਇਹਦੇ ਵਿੱਚ ਸਿਰਫ ਇਹ ਖਾਦ ਜਿਹੜੀ ਹੈ ਸਰੋਂ ਦੀ ਖਲ 20 ਕਿਲੋ, ਹੋਰ ਇਸ ਤੋਂ ਇਲਾਵਾ ਕੋਈ ਇਹਦੇ 'ਚ ਕਦੀ ਖਾਦ ਨਹੀਂ ਯੂਜ਼ ਕੀਤੀ, ਕਦੀ ਕੋਈ ਪੈਸਟੀਸਾਈਡ ਨਹੀਂ ਪਾਇਆ ਜੀ। ਤੇ ਬੜੀ ਚੰਗੀ ਗੱਲ ਹੈ ਸਲਿੰਦਰ ਜੀ, ਤੁਸੀਂ ਮੈਂ ਸਮਝਣਾ ਕਿ ਬੜੇ ਵਧਾਈ ਦੇ ਤੁਸੀਂ ਪਾਤਰ ਹੋ। ਅੱਛਾ, ਜਿਸ ਤਰ੍ਹਾਂ ਗੱਲ ਮੂੰਗੀ ਦੀ ਔਰ ਮਾਂਹ ਦੀ ਹੋਣ ਡਈ ਹੈ, ਮੈਨੂੰ ਲੱਗਦਾ ਤੁਸੀਂ ਇਸ ਕਾਸ਼ਤ ਵੱਲ ਵੀ ਚੱਲੇ, ਕਿਉਂਕਿ ਜਦੋਂ ਅਸੀਂ ਜੈਵਿਕ ਖੇਤੀ ਦੀ ਗੱਲ ਕਰਨੇ ਹਾਂ ਤਾਂ ਡਾਕਟਰ ਅਮਰੀਕ ਨੇ ਗੱਲ ਕੀਤੀ ਹੈ ਕਿ ਇਹ ਫਲੀਦਾਰ ਫਸਲਾਂ ਦਾ ਫਾਇਦਾ ਕਾਫੀ ਹੋ ਸਕਦਾ। ਇਹਦੇ ਬਾਰੇ ਤੁਸੀਂ ਵਿਚਾਰ ਕੀਤਾ ਕੁਛ? ਹਾਂ, ਮਤਲਬ ਹਰ ਤਰ੍ਹਾਂ ਦੀ ਦਾਲਾਂ ਤੁਸੀਂ ਹਲ ਖੜੇ ਹੋ, ਜਿੱਥੇ ਅਸੀਂ ਖੜੇ ਹਾਂ ਇੱਥੇ ਮਾਂਹ ਨੇ ਜੀ। ਇਸ ਤੋਂ ਪਹਿਲਾਂ ਇਹਦੇ 'ਚ ਮਸਰ ਸੀਗੇ, ਮਸਰਾਂ ਨੂੰ ਸਾਂਭ ਕੇ ਉਹਦੇ ਹੁਣ ਮਾਂਹ ਬੀਜ ਦਿੱਤੇ ਆ ਜੀ।
ਇਹਦੇ ਨਾਲ ਦੇ ਖੇਤ ਦੇ ਵਿੱਚ ਰਾਜਮਾ ਨੇ, ਇੱਕ ਵਾਰੀ ਕੱਟ ਲਿਆ, ਇੱਕ ਵਾਰ ਦੁਬਾਰਾ ਕੱਟਣ ਲਈ ਤਿਆਰ ਨੇ। ਇਸ ਤੋਂ ਪਰਲੀ ਸਾਈਡ ਤੇ ਵੇਖੋਗੇ ਉੱਥੇ ਪਹਿਲਾਂ ਚਨੇ ਸੀ, ਚਨੇ ਕੱਟ ਕੇ ਉਹਦੇ ਵਿੱਚ ਮਾਂਹ ਬੀਜੇ ਗਏ ਆ। ਮਤਲਬ ਮੂੰਗੀ ਤੁਸੀਂ ਦੇਖ ਸਕਦੇ ਪਿੱਛੇ ਖੜੀ ਹੈ, ਅਲਸੀ ਬੀਜੀ ਸੀ। ਮਤਲਬ ਦਾਲਾਂ ਹਰ ਤਰ੍ਹਾਂ ਦੀਆਂ ਜਿਹੜੀਆਂ ਜੀ ਉਹ ਮੈਂ ਪੈਦਾ ਕਰਨਾ ਜੀ, ਔਰ ਉਹਦੇ ਨਾਲ ਬਹੁਤ ਫਾਇਦਾ ਜੀ। ਅੱਛਾ ਸੁਰਿੰਦਰ ਜੀ, ਇਹ ਗੱਲ ਇੱਕ ਹੋਰ ਜ਼ਹਿਨ 'ਚ ਆਉਂਦੀ ਹੈ ਕਿ ਜਦੋਂ ਅਸੀਂ ਜੈਵਿਕ ਖੇਤੀ ਦੀ ਗੱਲ ਕਰਨੇ ਆ ਤੇ ਅਕਸਰ ਸਾਡੇ ਕਿਸਾਨ ਵੀ ਸੋਚਦੇ ਆ ਵੀ ਇਹ ਕਿਤੇ ਨਾ ਕਿਤੇ ਸਪਰੇਅ ਕਰਦਾ ਹੀ ਹੋਊ, ਕਿਉਂਕਿ ਕੀੜੇ ਮਕੌੜੇ ਬੜੇ ਆ, ਚਾਹੇ ਹਨੇਰੇ ਸਵੇਰੇ ਕਰਦਾ ਹੋਏਗਾ। ਤੇ ਕਿੱਦਾਂ ਤੁਸੀਂ ਕਰਦੇ ਹੋ ਫਿਰ ਸਪਰੇਅ ਸਪਰੂ? ਉਹਦਾ ਕਾਰਨ ਹੈ ਨਾ ਨਦੀਨ ਵੀ ਪੈਂਦੇ ਨੇ ਜਦੋਂ। ਜੇ ਤੇ ਮੈਂ ਇਸ ਨੂੰ ਵੇਚਣਾ, ਅੱਛਾ, ਫਿਰ ਤੇ ਮੈਂ ਹਨੇਰੇ ਸਨੇਰੇ ਕਰਾਂ। ਇਹ ਮੈਂ ਆਪਣੇ ਪਰਿਵਾਰ ਨੂੰ ਖਵਾਉਣਾ ਜੀ। ਤੁਸੀਂ ਕਿਵੇਂ ਕੰਟਰੋਲ ਕਰਦੇ ਹੋ ਕੀੜਾ? ਦੇਖੋ ਦਾਲਾਂ ਤੇ ਕੀੜੇ ਆਉਂਦੇ ਆ ਜਾਂ ਕਣਕ ਦੇ ਉੱਤੇ ਤੇਲਾ ਵੀ ਆਉਂਦਾ ਹੈ, ਕੋਈ ਕੀ ਫਾਰਮੂਲਾ ਅਪਣਾਉਂਦੇ ਹੋ? ਉਹਦੇ ਵਿੱਚ ਇਹ ਦੇਸੀ ਹੈ ਆਪਣੇ ਜੀ, ਇਸ ਤਰ੍ਹਾਂ ਮਤਲਬ ਉਹ ਰੁੱਖ ਜਾਂ ਉਹ ਮਤਲਬ ਬੂਟੇ ਜਿਨ੍ਹਾਂ ਨੂੰ ਕੋਈ ਜਾਨਵਰ ਨਹੀਂ ਖਾਂਦਾ, ਉਹ ਬੂਟੇ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ, ਜਿਸ ਤਰ੍ਹਾਂ ਹੋ ਗਿਆ ਅੱਕ ਹੋ ਗਿਆ, ਧਤੂਰਾ ਹੋ ਗਿਆ, ਪੰਗ ਹੋ ਗਈ, ਇਹ ਸਾਰੀਆਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਉਹ ਬੋਇਲ ਕਰਕੇ ਜਦੋਂ ਮਤਲਬ 1/4 ਰਹਿ ਜਾਂਦੀ ਹੈ, ਫਿਰ ਉਹਨੂੰ ਮੈਂ ਸਾਂਭ ਕੇ ਰੱਖਣਾ ਜੀ। ਫਿਰ ਉਹਦੀ ਮੈਂ ਸਪਰੇਅ ਕਰਨਾ ਜੀ। ਜਾਂ ਫੰਗੀਸਾਈਡ ਲੱਸੀ ਹੈ ਮੇਰੇ ਕੋਲ, ਸਾਲ 1.5 ਸਾਲ ਪੁਰਾਣੀ ਹੈ ਜੀ। ਅੱਛਾ, ਇਹ ਫਿਰ ਵੇਚਦੇ ਵੀ ਹੋ ਵਪਾਰਕ ਪੱਧਰ ਤੇ ਵੇਚਦੇ ਹੋ ਕਣਕ ਵਗੈਰਾ? ਕਣਕ ਵੇਚਦੀ ਦੀ ਹੈ ਜੀ। ਕਣਕ ਮੈਂ 5000 ਰੁਪਏ ਕੁਇੰਟਲ ਵੇਚਣਾ ਜੀ। ਬੱਲੇ ਬੱਲੇ, 5000 ਕੁਇੰਟਲ। ਕਿੰਨੀ ਝਾੜ ਕਿੰਨੇ ਨਿਕਲ ਆਉਂਦਾ ਇਹਦਾ? ਇਹ ਤੁਹਾਡੇ ਸਾਹਮਣੇ ਖੜੀ ਹੈ ਜੀ, ਦੇਖੋ ਇੱਕ ਕਿੰਨਾ ਨਿਕਲਦਾ। ਮੈਂ 9-10 ਕੁਇੰਟਲ ਦੇ ਨਿਕਲੇਗਾ ਜੀ। ਇਹ ਕਿਹੜੀ ਕਿਸਮ ਹੈ? ਇਹ ਬਾਂਸੀ ਹੈ ਜੀ, ਦੇਸੀ ਜੀ। ਹਾਂਜੀ ਹਾਂਜੀ। ਸੋ ਇਹ ਪਿਆਰੇ ਕਿਸਾਨ ਵੀਰੋ, ਨਵੀਆਂ ਲੀਹਾਂ ਜਿਹੜੀਆਂ ਆਪਾਂ ਤੁਰਨਾ ਉਹਨਾਂ ਤੇ ਉਹਦੇ ਤੇ ਅਜਿਹੇ ਕਿਸਾਨਾਂ ਨੇ ਜਿਨ੍ਹਾਂ ਨੇ ਪੈੜਾਂ ਪਾਈਆਂ, ਉੱਥੇ ਆਪਾਂ ਈਜ਼ੀਲੀ ਚੱਲ ਸਕਨੇ ਆ। ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਹਨਾਂ ਦੀਆਂ ਗੱਲਾਂ ਸਾਡਾ ਸੁਣਾਉਣ ਦਾ ਮਕਸਦ ਇਹੋ ਹੀ ਹੈ ਕਿ ਆਪਾਂ ਵੀ ਇਹ ਕੰਮ ਜੇ ਇਹ ਕਰ ਸਕਦੇ ਆਪਾਂ ਵੀ ਕਰ ਸਕਨੇ ਆ ਔਰ ਨਵੇਂ ਰਾਹ ਆਪਾਂ ਲੱਭ ਸਕਨੇ ਆ। ਇਸ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ ਨੇ ਬਲਜਿੰਦਰ ਸਿੰਘ ਜੀ। ਡਾਕਟਰ ਸਾਹਿਬ, ਇਹ ਬੜਾ ਵਧੀਆ ਉਪਰਾਲਾ ਤੁਹਾਡੇ ਇਸ ਕਿਸਾਨ ਨੇ ਕੀਤਾ ਹੈ ਤੇ ਮੈਂ ਸਮਝਦਾ ਕਿ ਇਹਨੂੰ ਦੂਜੇ ਕਿਸਾਨਾਂ ਤੱਕ ਜਦੋਂ ਅਸੀਂ ਲੈ ਕੇ ਜਾਣਾ ਤੇ ਕਿੱਦਾਂ ਤੁਸੀਂ ਆਪਣਾ ਬਾਕੀ ਕਿਸਾਨਾਂ ਤੱਕ, ਦੇਖੋ ਅਸੀਂ ਆਏ ਆ, ਇਹ ਕੁਦਰਤੀ ਗੱਲ ਹੈ ਕਿ ਬਾਕੀ ਕਿਸਾਨ ਇੱਥੋਂ ਸਿੱਖਣਗੇ। ਇਲਾਕੇ ਦੇ ਕਿਸਾਨਾਂ ਨੂੰ ਕਿਵੇਂ ਇਸ ਬਾਰੇ ਜਾਣਕਾਰੀ ਦਿੰਦੇ ਹੋ? ਸਰ, ਇਹਦੇ ਸੰਬੰਧ 'ਚ ਅਸੀਂ ਪਿੰਡਾਂ 'ਚ ਜਾ ਕੇ ਕੈਂਪ ਲਗਾਈਦਾ ਜਾਂ ਕਿਸਾਨ ਦਿਵਸ ਜਿਹੜੇ ਖੇਤ ਦਿਵਸ ਮਨਾਈਦਾ ਹੈ, ਉਹਦੇ ਵਿੱਚ ਅਸੀਂ ਸਰਦਾਰ ਸਲਵਿੰਦਰ ਸਿੰਘ ਹੋਣੇ ਜਾਂ ਜਿਹੜੇ ਇਹਨਾਂ ਵਰਗੇ ਹੋਰ ਇਲਾਕੇ ਦੇ ਉੱਨਤ ਕਿਸਾਨ ਨੇ ਉਹਨਾਂ ਨੂੰ ਨਾਲ ਲੈ ਕੇ ਜਾਈਦਾ। ਇਹ ਆਪਣੇ ਤਜਰਬੇ ਫਾਰਮਰਸ ਨਾਲ ਅੱਗੇ ਸਾਂਝੇ ਕਰਦੇ ਨੇ, ਕਿਉਂਕਿ ਜੋ ਅਸੀਂ ਦੱਸਣਾ ਟੈਕਨੀਕਲ ਉਹਦੇ ਵਿੱਚ ਤੇ ਜੋ ਇਹਨਾਂ ਨੇ ਫੀਲਡ ਵਿੱਚ ਪ੍ਰੈਕਟੀਕਲ ਕੀਤਾ ਹੈ, ਇਹਦੇ ਵਿੱਚ ਕਾਫੀ ਅੰਤਰ ਹੁੰਦਾ। ਦੂਸਰੀ ਗੱਲ, ਲੋਕਾਂ ਨੂੰ ਇਹ ਲੱਗਦਾ ਜ਼ਿਮੀਂਦਾਰਾਂ ਨੂੰ ਕਿ ਇਹ ਸਾਡੇ ਵਰਗਾ ਭਰਾ ਹੀ ਹੈ, ਜੇ ਇਹ ਕਰ ਸਕਦਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਇਹਦੇ ਨਾਲ ਫਿਰ ਜਿਹੜਾ ਉਹਦਾ ਇਫੈਕਟ ਹੈ ਉਹ ਚੰਗਾ ਜਾਂਦਾ। ਜਿਹੜੀ ਹੁਣ ਮਲਚਿੰਗ ਟੈਕਨੀਕ ਹੈ, ਇਹ ਇਹਨਾਂ ਨੂੰ ਨਾਲ ਲੈ ਕੇ, ਇੱਕ ਇੱਥੇ ਮੁੰਦਨਾ ਵਾਲੀ ਤੋਂ ਫਾਰਮਰ ਸੀ ਉਹਨਾਂ ਨੂੰ ਨਾਲ ਲੈ ਕੇ ਅਸੀਂ ਕਾਫੀ ਕੈਂਪ ਲਗਾਏ ਨੇ। ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬਲਾਕ ਦੇ ਕਾਫੀ ਪਿੰਡਾਂ ਦੇ ਵਿੱਚ ਮਲਚਿੰਗ ਟੈਕਨੀਕ ਨਾਲ ਇਸ ਸਾਲ ਕਣਕ ਬੀਜੀ ਗਈ ਸੀਗੀ, ਜਿਹੜੀ ਆਪਾਂ ਉੱਪਰ ਸਰਫੇਸ ਸੀਡਿੰਗ ਕਰ ਦਿੰਦੇ ਆ। ਸੋ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਹਰ ਜ਼ਿਲ੍ਹੇ 'ਚ ਅਜਿਹੇ ਸਫਲ ਕਿਸਾਨ ਆਪਣੇ ਮੌਜੂਦ ਹੋਣਗੇ। ਉਹ ਸਾਡੇ ਚਾਨਣ ਮੁਨਾਰੇ ਹੈ, ਰਾਹ ਦੇ ਸੇਰੇ ਕਿਸਾਨ ਹੈ, ਜਿਨ੍ਹਾਂ ਨੂੰ ਅਸੀਂ ਆਪਣੇ ਮੰਚਾਂ ਦੇ ਰਹੀਏ ਤੁਸੀਂ ਦਿਖਾਉਂਦੇ ਰਹਿੰਦੇ ਤਾਂ ਕਿ ਦੂਜੇ ਕਿਸਾਨ ਜਿਹੜੇ ਨੇ ਇੱਥੋਂ ਸਿੱਖਿਆ ਲੈ ਕੇ ਆਪਣਾ ਕੰਮ ਕਰ ਸਕਣ। ਡਾਕਟਰ ਹਰਪਿੰਦਰ ਸਿੰਘ ਜੀ, ਬੜੀ ਚਰਚਾ ਚੱਲਣ ਰਹੀ ਹੈ ਕਿ ਮਲਚਿੰਗ ਵਿਧੀ ਜਾਂ ਸਰਫੇਸ ਸੀਡਿੰਗ ਤਕਨੀਕ ਨਾਲ ਆਪਾਂ ਕਣਕ ਦੀ ਕਾਸ਼ ਕਰਨੇ ਆ, ਉਹਦੇ ਨਾਲ ਕਣਕ ਘੱਟ ਡਿੱਗੀ ਹੈ ਔਰ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ, ਇਹਦਾ ਕੀ ਫਾਇਦਾ ਇਹਦਾ ਹੋ ਸਕਦਾ? ਬਿਲਕੁਲ ਨਹੀਂ ਡਿੱਗੀਆਂ ਜੀ, ਕਿਉਂਕਿ ਅਸੀਂ ਖੁਦ ਕੈਂਪ ਲਗਾਉਂਦੇ ਰਹੇ ਹਾਂ। ਪਿਛਲੇ ਹਫ਼ਤੇ ਹੀ ਅਸੀਂ ਬੜੋਆ ਪਿੰਡ ਸੀ, ਧਾਰੀਵਾਲ ਬਲਾਕ, ਉੱਥੇ ਜਾ ਕੇ ਵੀ ਅਸੀਂ ਵੇਖਿਆ ਕਿਸਾਨਾਂ ਨੂੰ ਇਕੱਠੇ ਕਰਕੇ ਵੀ ਉਹਨਾਂ ਦੇ ਤਜਰਬੇ ਵੀ ਸਾਂਝੇ ਕੀਤੇ, ਜਿੱਥੇ ਕਿ ਉਹਨਾਂ ਨੇ ਦੱਸਿਆ ਸਾਨੂੰ। ਉਸੇ ਪਿੰਡ ਵਿੱਚ ਅਸੀਂ ਵੇਖਿਆ ਵੀ ਰੋਟਾਵੇਟਰ ਨਾਲ ਵੀ ਕਣਕ ਦੀ ਬਿਜਾਈ ਕੀਤੀ ਗਈ ਸੀ, ਸੁਪਰ ਸੀਡਰ ਨਾਲ ਬਿਜਾਈ ਕੀਤੀ ਗਈ ਸੀ ਔਰ ਇਹ ਸਰਫੇਸ ਸੀਡਿੰਗ ਤਕਨੀਕ ਨਾਲ ਬਿਜਾਈ ਕੀਤੀ ਸੀ। ਅਸੀਂ ਉੱਥੇ ਵੇਖਿਆ ਤਿੰਨਾਂ ਕਿਸਮਾਂ ਦੇ ਬਿਜਾਈ ਦੇ ਤਰੀਕੇ ਨਾਲ ਕਣਕ ਦੇ ਬੂਟਿਆਂ ਨੂੰ ਵੇਖਿਆ ਪਟਾ ਕੇ। ਕਿਸਾਨ ਨੇ ਖੁਦ ਫੀਲ ਕੀਤਾ ਵੀ ਵਾਕਿਆ ਜਿਹੜੀ ਸਰਫੇਸ ਸੀਡਿੰਗ ਵਾਲੀ ਕਣਕ ਸੀ ਉਹਦੀਆਂ ਜੜ੍ਹਾਂ ਕਾਫੀ 4-5 ਇੰਚ ਤੱਕ ਥੱਲੇ ਡੂੰਘਾਈ ਤੱਕ ਗਈਆਂ ਸੀ। ਉੱਥੋਂ ਇਹ ਸਿੱਧ ਹੁੰਦਾ ਵੀ ਉੱਥੇ ਕਿੰਨਾ ਸਾਰੇ ਪਿੰਡ ਦੇ ਇਲਾਕੇ ਵਿੱਚ ਉਸ ਵਿੱਚ ਕਣਕ ਦੀ ਤਕਰੀਬ ਕਾਫੀ ਡਿੱਗ ਗਈ ਸੀ ਤੇਜ਼ ਹਵਾਵਾਂ ਨਾਲ, ਮੀਂਹ ਨਾਲ, ਲੇਕਿਨ ਉਹ ਕਣਕ ਬਿਲਕੁਲ ਖੜੀ ਸੀ। ਉੱਥੋਂ ਸਾਨੂੰ ਇਹ ਸਿੱਧ ਹੁੰਦਾ ਕਿ ਉਸ ਪਿੰਡ ਵਿੱਚ ਵੀ ਜਦੋਂ ਕਿਸਾਨਾਂ ਨੂੰ ਸਾਰਿਆਂ ਨੂੰ ਪੁੱਛਿਆ ਗਿਆ, ਉਹਨਾਂ ਨੇ ਦੱਸਿਆ ਵੀ ਅਸੀਂ 160-70 ਏਕੜ ਇਸ ਬਿਜਾਈ ਕੀਤੀ ਗਈ ਹੈ। ਕਿਵੇਂ ਕਰਦੇ, ਕਿਵੇਂ ਬਿਜਾਈ, ਥੋੜਾ ਦੱਸੋਗੇ ਕਿਵੇਂ? ਹਾਂ ਬਿਲਕੁਲ, ਜਦੋਂ ਆਪਾਂ ਝੋਨੇ ਦੀ ਪਰਾਲੀ ਨੂੰ, ਜਦੋਂ ਝੋਨੇ ਦੀ ਕਟਾਈ ਤੋਂ ਬਾਅਦ ਜਦੋਂ ਖੇਤ ਖਾਲੀ ਹੋ ਜਾਂਦਾ ਤੇ ਖੜੇ ਪਰਾਲੀ ਵਿੱਚ ਹੀ ਜਦੋਂ ਕੰਬਾਈਨ ਦੇ ਕੱਟਣ ਤੋਂ ਬਾਅਦ ਉਹਨਾਂ ਖੇਤਾਂ ਵਿੱਚ ਕਿਸਾਨਾਂ ਨੇ ਆਪਣਾ ਛੱਟਾ ਦੇਣ ਤੋਂ ਬਾਅਦ ਜਦੋਂ ਬਾਅਦ ਵਿੱਚ ਕਟਰ ਫੇਰ ਦਿੱਤਾ ਗਿਆ, ਕਟਰ ਫੇਰ ਕੇ ਜਿੰਨਾ ਰਿਕਮੈਂਡਡ ਸੀਡ ਸੀ 40 ਕਿਲੋ ਜਾਂ ਕਈ ਵੈਰਾਈਟੀਆਂ ਦੇ ਹਿਸਾਬ ਨਾਲ ਉਹ ਉਹਨਾਂ ਛੱਟਾ ਦੇ ਕੇ ਜਦੋਂ ਬਿਜਾਈ ਕਰ ਦਿੱਤੀ ਗਈ, ਉਸ ਤੋਂ ਬਾਅਦ ਉਹਨਾਂ ਨੇ ਕਟਰ ਫੇਰ ਦਿੱਤਾ, ਜਿਹਨੂੰ ਅਸੀਂ ਪੰਜਾਬੀ 'ਚ ਇੱਕ ਸਲੇਡਾ ਵੀ ਕਹਿ ਦਿੰਦੇ ਹਾਂ। ਉਹ ਕਿਸਾਨਾਂ ਨੇ ਕਟਰ ਫੇਰ ਕੇ
ਕਿਉਂਕਿ ਉਹਦਾ ਖਰਚਾ ਸਭ ਤੋਂ ਘੱਟ ਉਹਨਾਂ ਦੱਸਿਆ ਵੀ ਜਿਸ ਕਿਸਾਨ ਕੋਲ ਆਪਣਾ ਕਟਰ ਸੀ ਉਹ ਸਿਰਫ ਕਹਿੰਦਾ ਵੀ ਮੇਰੇ ਕੋਲ ਸਿਰਫ 2-250 ਰੁਪਏ ਡੀਜ਼ਲ ਦਾ ਖਰਚਾ ਆ। ਬਾਕੀ ਜਦੋਂ ਉਹ ਕਟਰ ਫੇਰਨ ਤੋਂ ਬਾਅਦ ਉਹ ਕਿਸਾਨਾਂ ਨੇ ਹਫ਼ਤੇ 10 ਦਿਨਾਂ ਬਾਅਦ ਉਹਨੂੰ ਪਾਣੀ ਦੇ ਦਿੱਤਾ, ਪਾਣੀ ਦੇ ਜਦੋਂ ਬੀਜ ਦੇ ਨਾਲ ਹੀ ਖਾਦ ਵੀ ਦੇ ਦਿੱਤੀ, DAP ਪਾਤੀ ਰਿਕਮੈਂਡਡ ਦੇ ਅਨੁਸਾਰ। ਫਿਰ ਉਹ ਕਣਕ ਦਾ ਜਦੋਂ ਫਟਾਰਾ ਹੋਣਾ ਸ਼ੁਰੂ ਹੋਇਆ ਪਰਾਲੀ ਥੱਲੇ ਉਹ ਬਹਿ ਗਈ, ਕਿਉਂਕਿ ਜਦੋਂ ਪਾਣੀ ਦੀ ਲੋੜ ਪੈ ਪਰਾਲੀ ਜਦੋਂ ਥੱਲੇ ਬਹਿ ਜਾਂਦੀ ਹੈ ਤਾਂ ਉਹਦੇ ਨਾਲ ਉਹਨੂੰ ਜਿੰਨੇ ਵੀ ਪੌਸ਼ਟਿਕ ਤੱਤ ਜ਼ਮੀਨ ਨੂੰ ਮਿਲਦੇ, ਉਹਦਾ ਕਰਕੇ ਉਹਦਾ ਪਲਾਂਟ ਸਟੈਂਡ ਜਾਂ ਰੂਟਸ ਦਾ ਜਿਹੜਾ ਥੱਲੇ ਜਾਣ ਦਾ ਤਾਂ ਪ੍ਰਕਿਰਿਆ ਵੱਧ ਗਈ, ਤਾਂ ਪਲਾਂਟ ਸਟੈਂਡ ਬਹੁਤ ਵਧੀਆ ਹੋਇਆ। ਡਾਕਟਰ ਅਮਰੀਕ ਸਿੰਘ ਨਾਲ ਆਪਾਂ ਚਰਚਾ ਸ਼ੁਰੂਆਤ ਵੇਲੇ ਕੀਤੀ ਸੀ ਕਿ ਮੂੰਗੀ ਦੀ ਕਾਸ਼ਤ ਔਰ ਮਾਂਹ ਦੀ ਕਾਸ਼ਤ ਬੜੀ ਸਹਿਜੇ ਹੁਣ ਹੋ ਸਕਦੀ ਹੈ, ਸਮਾਂ ਚੱਲਣ ਡਿਆ ਹੈ, ਪਰ ਇਹਦੇ ਸਾਡੇ ਫਸਲੀ ਚੱਕਰ ਨੂੰ ਕੀ ਫਾਇਦੇ ਹੋ ਸਕਦੇ ਨੇ, ਇਹਦੇ ਬਾਰੇ ਵੀ ਜਾਣਕਾਰੀ ਲੈਣੀ ਬਣਦੀ ਹੈ। ਡਾਕਟਰ ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਟ੍ਰੇਨਿੰਗ ਸੈਕਸ਼ਨ 'ਚ। ਡਾਕਟਰ ਸਾਹਿਬ, ਮੂੰਗੀ ਦੀ ਕਾਸ਼ਤ ਜੇ ਅਸੀਂ ਕਰਨੇ ਆ, ਦੇਖੋ ਕਿਸਾਨ ਨੂੰ ਮੂੰਗੀ ਦੀ ਫਸਲ ਮਿਲ ਗਈ, ਅਗਲੀ ਫਸਲ ਨੂੰ ਕੀ ਫਾਇਦਾ ਹੋ ਸਕਦਾ ਜਾਂ ਖੇਤ ਨੂੰ ਕੀ ਫਾਇਦਾ ਹੋ ਸਕਦਾ? ਸਰ, ਇੱਕ ਤੇ ਸਭ ਤੋਂ ਪਹਿਲੀ ਗੱਲ ਸਾਡੀ ਇੱਕ ਵਾਧੂ ਆਮਦਨ ਆ ਗਈ, ਦੂਜਾ ਸਾਡਾ ਪਰਾਲ ਸਾਂਭਿਆ ਗਿਆ, ਤੀਸਰੀ ਗੱਲ ਜਦੋਂ ਅਸੀਂ ਮੂੰਗੀ ਦੀਆਂ ਫਲੀਆਂ ਤੋੜ ਲੈਣੀਆਂ ਨੇ ਤੇ ਉਸ ਤੋਂ ਬਾਅਦ ਉਹ ਮੂੰਗੀ ਨੂੰ ਹੀ ਖੇਤਾਂ 'ਚ ਵਾਹ ਦੇਣਾ। ਜਦੋਂ ਅਸੀਂ ਮੂੰਗੀ ਨੂੰ ਖੇਤਾਂ 'ਚ ਵਾਹ ਦਿੰਦੇ ਆ ਤੇ ਉਹ ਸਾਡਾ ਜੈਵਿਕ ਮਾਦਾ ਬਣ ਗਿਆ, ਤੇ ਜਿਹੜੀ ਅਸੀਂ ਅਗਲੀ ਫਸਲ ਲੈਣੀ ਆ, ਝੋਨਾ ਚਾਹੇ ਬਾਸਮਤੀ ਆ, ਉਹ 'ਚ ਅਸੀਂ ਤੀਜਾ ਹਿੱਸਾ ਜਿਹੜਾ ਵਾ ਯੂਰੀਏ ਦਾ ਉਹ ਘਟਾ ਕੇ ਪਾਉਣਾ ਵਾ। ਉਹਦੇ ਨਾਲ ਸਾਡੇ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਵੀ ਨਾਲੇ ਪੁੰਨ ਵਾਲੇ ਫਲੀਆਂ, ਇਹ ਉਹ ਗੱਲ ਹੋ ਜਾਂਦੀ ਹੈ ਵੀ ਨਾਲੇ ਤੇ ਮੂੰਗੀ ਵਿੱਚ ਵਾਹ ਦਿਓ ਤੇ ਨਾਲੇ ਉਹਦੀ ਆਪਣੀ ਖਾਦ ਘਟ ਜਾਂਦੀ ਹੈ। ਪਰ ਕਈ ਕਿਸਾਨ ਕਹਿੰਦੇ ਨੇ ਕਿ ਝੋਨਾ ਲੇਟ ਹੋ ਜੂ ਜਾਂ ਮੀਂਹ ਪੈ ਜਾਂਦਾ ਤੇ ਮੂੰਗੀ ਦੀਆਂ ਫਲੀਆਂ ਲੱਗਦੀਆਂ ਨਹੀਂ, ਫਿਰ ਉਹਦਾ ਨੁਕਸਾਨ ਵੀ ਹੁੰਦਾ। ਉਹਦੇ ਵਿੱਚ ਜੀ ਜੇ ਤੇ ਅਸੀਂ ਸਾਡੀ ਬਿਜਾਈ ਦਾ ਸਮਾਂ ਥੋੜਾ ਢੁਕਵਾਂ, ਜਿਹੜਾ ਇਹ ਥੋੜਾ ਸਮਾਂ ਇਹ ਡਿਪੈਂਡ ਕਰਦਾ ਹੁਣ ਮੌਸਮ ਤੇ। ਜੇ ਤੇ ਬਰਸਾਤ ਨਾਲ ਕੋਇਨਸਾਈਡ ਕਰ ਗਈ ਚੀਜ਼, ਫਿਰ ਫਲੀਆਂ ਖਰਾਬ ਹੋਣ ਦੇ ਚਾਂਸ ਆ। ਫਿਰ ਕਈ ਕਿਸਾਨ ਕੀ ਕਰਦੇ ਆ, ਉਹ 'ਚ ਲਾਸ ਕੋਈ ਨਹੀਂ ਹੈ। ਦੇਖੋ ਜੇ ਤੇ ਪਕਾਮੀ ਫਸਲ ਮਿਲ ਜੇ ਤਾਂ ਵੀ ਵਧੀਆ, ਜੇ ਨਾ ਮਿਲੇ ਤਾਂ ਹਰੀ ਖਾਦ ਹੈ ਤਾਂ ਵੀ ਦੇਖੋ ਦੁਵੱਲੇ ਫਾਇਦਾ। ਪਰ ਮਸਲਾ ਇਹ ਹੈ ਵੀ ਮੌਸਮੀ ਤਬਦੀਲੀ ਹੈ, ਬਰਸਾਤ ਕਿਤੇ ਗਾਂਹ ਪਛਾਂ ਹੋ ਗਈ ਤੇ ਹੋ ਸਕਦਾ ਉਹਦੇ 'ਚ ਫਿਰ ਸਾਨੂੰ ਫਲੀਆਂ ਨਾ ਮਿਲਣ, ਸਾਨੂੰ ਖਾਦ ਵਿੱਚ ਮੂੰਗੀ ਨੂੰ ਵਿੱਚੇ ਵਾਉਣਾ ਪੈ ਜੇ। ਬਿਲਕੁਲ ਜੀ, ਮੈਂ ਸਮਝਦਾ ਕਿ ਜੇ ਅਸੀਂ ਫਾਇਦੇ ਦੀ ਗੱਲ ਕਰੀਏ ਤੇ ਉਹ ਜੇ ਆਪਾਂ ਨੂੰ ਦਾਣੇ ਨਹੀਂ ਵੀ ਮਿਲਦੇ ਤੇ ਬਾਅਦ 'ਚ ਸਾਡੀ ਜ਼ਮੀਨ ਦਾ ਫਾਇਦਾ ਕਾਫੀ ਇਹਦਾ ਹੋ ਜਾਂਦਾ। ਆਪਾਂ ਉਸ ਪੱਖੋਂ ਸੋਚੀਏ ਤੇ ਖਾਦ ਦਾ ਵੀ ਖਰਚਾ ਤੁਸੀਂ ਕਿਹਾ ਕਿ ਘਟ ਜਾਂਦਾ। ਅੱਛਾ, ਹੁਣ ਆਪਾਂ ਇੱਕ ਗੱਲ ਹੋਰ ਜਿਹੜੀ ਉੱਭਰ ਕੇ ਸਾਹਮਣੇ ਆਈ ਏ, ਉਹ ਹੈ ਕਿ ਮੌਸਮ ਦੀਆਂ ਤਬਦੀਲੀਆਂ ਇਹ ਬੜੀਆਂ ਨਜ਼ਰ ਆਉਣ ਡਈਆਂ, ਔਰ ਇਹ ਮੌਸਮ ਜਿਹੜਾ ਆਪਾਂ ਦੇਖਿਆ ਕਿ ਪਿਛਲੇ ਸਾਲ ਝੋਨੇ 'ਚ ਵੀ ਨੁਕਸਾਨ ਕੀਤਾ, ਫਿਰ ਕਣਕ ਦੀ ਫਸਲ 'ਚ ਵੀ ਆਪਾਂ ਨੂੰ ਹਨੇਰੀਆਂ ਦਾ ਮਾਰ ਝੱਲਣੀ ਪਈ, ਵੱਧ ਗਰਮੀ ਵੀ ਪਈ। ਡਾਕਟਰ ਅਮਰੀਕ ਸਿੰਘ ਜੀ, ਇਹ ਮੌਸਮ ਦੀ ਬਾਤ ਘਟ ਕਿਉਂ ਹੋਣ ਡਈ ਔਰ ਕਿਸਾਨ ਇਸ ਪੱਖੋਂ ਕੀ ਕਰ ਸਕਦਾ ਕਿ ਫਸਲੀ ਚੱਕਰ 'ਚ ਬਦਲਾਅ ਲਿਆ ਸਕਦਾ ਹੈ ਜਾਂ ਜਾਣਕਾਰੀਆਂ ਹਾਸਲ ਕਰਕੇ ਉਪਰਾਲੇ ਕਰ ਸਕਦਾ? ਕੀ ਉਪਰਾਲੇ ਇਸ ਕਿਸਾਨ ਨੂੰ ਕਰਨੇ ਚਾਹੀਦੇ ਹੈ? ਸੋ ਇਹਦੇ ਵਿੱਚ ਲੋਟੀ ਸਾਹਿਬ ਜਿਹੜੀਆਂ ਮੌਸਮੀ ਤਬਦੀਲੀਆਂ ਆ ਰਹੀਆਂ ਨੇ, ਮੇਨ ਦਾ ਕਾਰਨ ਇਹ ਹੈ ਕਿ ਜਿਹੜੀ ਸਾਡੀਆਂ ਚਾਹੇ ਉਹ ਇੰਡਸਟਰੀਲਾਈਜੇਸ਼ਨ ਹੈ, ਚਾਹੇ ਹਰਬਨਾਈਜੇਸ਼ਨ ਆ, ਸ਼ਹਿਰੀਕਰਨ ਜਿਹਨੂੰ ਆਪਾਂ ਕਹਿੰਦੇ ਹਾਂ ਸ਼ਹਿਰੀਕਰਨ ਆ, ਫਿਰ ਸਾਡੀਆਂ ਜਿਹੜੀਆਂ ਨੇ ਆਵਾਜਾਈ ਦੇ ਸਾਧਨ ਜਿਹੜੇ ਬਹੁਤ ਵੱਧ ਗਏ ਆ, ਫਿਰ ਸਾਡੀ ਜਿਹੜੀਆਂ ਨੇ ਰੈਜ਼ੀਡਿਊ ਜਿਹੜਾ ਰਹਿੰਦ ਖੂੰਹਦ ਉਹਨੂੰ ਅੱਗ ਲੱਗਣੀ ਹੈ, ਉਹਦੇ ਨਾਲ ਗੈਸਾਂ ਪੈਦਾ ਹੋਣੀਆਂ ਨੇ, ਇਹ ਸਾਰਾ ਕਲਾਈਮੇਟ ਚੇਂਜ ਦਾ ਜਿਹੜਾ ਕਾਰਨ ਬਣ ਰਹੀਆਂ ਨੇ। ਸੋ ਇਹਦੇ ਵਿੱਚ ਹੁਣ ਸਾਨੂੰ ਜਿਹੜਾ ਵਾ ਐਗਰੀਕਲਚਰ ਸਮਾਰਟ ਟੈਕਨੀਕ ਜਿਹੜੀਆਂ ਨੇ ਉਹ ਅਪਣਾਉਣੀਆਂ ਪੈਣੀਆਂ ਨੇ। ਉਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਮਲਚਿੰਗ ਵਾਲੀ ਗੱਲ ਕੀਤੀ ਆ, ਬਹੁਤ ਵਧੀਆ ਵਾ। ਹੁਣ ਆਪਣੇ ਸੰਧੂ ਸਾਹਿਬ ਮਗਰ ਖੜੇ ਨੇ, ਇਹਨਾਂ ਨੇ ਸਿੱਧੀ ਬਿਜਾਈ ਕੀਤੀ ਆ, ਉਹ ਬਹੁਤ ਵਧੀਆ ਤਕਨੀਕ ਆ, ਕਿਉਂਕਿ ਉਹ ਜਿਹੜਾ ਵਾ ਜਿਹੜੀਆਂ ਕੋਈ ਟੈਂਪਰੇਚਰ ਜਾਂ ਕੋਈ ਉਹਦੀ ਬਿਮਾਰੀ ਉਹਨੂੰ ਸਹਾਰ ਦਿੰਦੀਆਂ ਨੇ। ਸੋ ਸਾਨੂੰ ਉਹ ਤਕਨੀਕਾਂ ਜਿਹੜੀਆਂ ਕਿ ਮੌਸਮ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਵੇ ਫਸਲ, ਉਹ ਅਪਣਾਉਣੀਆਂ ਪੈਣਗੀਆਂ। ਉਹਦੇ ਵਿੱਚ ਚਾਹੇ ਹੈਪੀ ਸੀਡਰ ਆ, ਚਾਹੇ ਸੁਪਰ ਸੀਡਰ ਆ, ਚਾਹੇ ਮਲਚਿੰਗ ਟੈਕਨੀਕ ਆ। ਇਸ ਤਰ੍ਹਾਂ ਤੁਹਾਡੀ ਝੋਨੇ ਦੇ ਵਿੱਚ ਬੈੱਡ ਪਲਾਂਟਿੰਗ ਆ, ਬਿਨਾਂ ਕੱਦੂ ਤੋਂ ਜਿਹੜੀ ਆ ਉਹ ਲਵਾਈ ਆ। ਮੱਕੀ ਦੇ ਵਿੱਚ ਵੀ ਬੈੱਡ ਪਲਾਂਟਿੰਗ ਹੈ, ਜਿਹੜੀ ਸ਼ੂਗਰ ਗੰਨੇ ਦੇ ਵਿੱਚ ਉਹ ਵਾਈਡ ਸਪੇਸਿੰਗ ਹੈ। ਇਹ ਸਾਰੀਆਂ ਤਕਨੀਕਾਂ ਜਿਹੜੀਆਂ ਨੇ ਇਹ ਕਲਾਈਮੇਟ ਸਮਾਰਟ ਤਕਨੀਕਾਂ ਨੇ, ਜਿਹੜੀ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਪਣਾਉਣੀਆਂ ਪੈਣਗੀਆਂ ਜੇ ਅਸੀਂ ਇਸ ਕਲਾਈਮੇਟ ਚੇਂਜ ਦੇ ਨਾਲ ਮੁਕਾਬਲਾ ਕਰਨਾ ਤੇ। ਬਿਲਕੁਲ ਜੀ, ਮੈਂ ਸਮਝਦਾ ਕਿ ਇਹ ਵਕਤ ਦੀ ਲੋੜ ਹੈ ਕਿ ਅਸੀਂ ਅਜੇ ਵੀ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ। ਜੇ ਅਸੀਂ ਸਮਝ ਜਾਈਏ, ਮੈਂ ਸਮਝਦਾ ਕਿ ਵਾਤਾਵਰਨ ਪੱਕੀ ਖੇਤੀ ਕਰੀਏ ਤੇ ਉਹਦੇ ਨਾਲ ਕਾਫੀ ਫਾਇਦਾ ਸਾਡਾ ਹੋ ਸਕਦਾ ਹੈ। ਗੱਲ ਸੰਧੂ ਸਾਹਿਬ ਦਾ ਜ਼ਿਕਰ ਤੁਸੀਂ ਕੀਤਾ ਸੀਗਾ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਆਪਣਾ ਪੂਰਾ ਨਾਂ ਕੀ ਜੀ? ਜਸਵੀਰ ਸਿੰਘ ਸੰਧੂ। ਤੇ ਤੁਹਾਡਾ ਪਿੰਡ ਕਿਹੜਾ ਜੀ? ਪਿੰਡ ਤਲਵੰਡੀ। ਤਲਵੰਡੀ। ਤੇ ਕੀ ਬੀਜਦੇ ਤੁਸੀਂ ਸੰਧੂ ਸਾਹਿਬ? ਤੁਹਾਡੀ ਤਾਰੀਫ ਕਰਨ ਦੇ ਡਾਕਟਰ ਅਮਰੀਕ ਸਿੰਘ ਜੀ। ਸਿੱਧੀ ਬਿਜਾਈ ਜਿਹੜੀ ਆ ਉਹ 2020 ਤੋਂ ਪਿਛਲੇ 4 ਸਾਲ ਤੋਂ ਕਰ ਰਹੇ ਆ, ਤੇ ਰਿਸਕੀ ਲਿਆ ਸੀ ਪਹਿਲੇ 16-17 ਕਿੱਲਿਆਂ ਦਾ ਤੇ ਕਾਮਯਾਬ ਹੋਏ। ਹੁਣ ਉਦੋਂ ਤੋਂ ਸਿੱਧੀ ਬਿਜਾਈ ਕਰ ਰਹੇ ਆ। ਤੇ ਦੇਖੋ ਹੁਣ ਅੱਗੋਂ ਵੀ ਸਮਾਂ ਆਉਣ ਡਿਆ, ਸਾਡੇ ਕਿਸਾਨ ਨੇ ਸੋਚਣਾ ਵੀ ਸਿੱਧੀ ਬਿਜਾਈ ਜਿਹੜੀ ਉਹ ਕਰੀਏ ਜਾਂ ਰਵਾਇਤੀ ਢੰਗ ਨਾਲ ਕਰੀਏ। ਤੁਹਾਡਾ ਤਜਰਬਾ ਕੀ ਕਹਿੰਦਾ ਕਿ ਆਮ ਕਿਸਾਨ ਨੂੰ ਕਿਹੜੇ ਉਹ ਨੁਕਤੇ ਨੇ, ਕਿਹੜੇ ਉਹ ਖਾਸ ਤਕਨੀਕੀ ਪਹਿਲੂ ਨੇ ਜਿਨ੍ਹਾਂ ਨੂੰ ਧਿਆਨ ਰੱਖ ਕੇ ਸਿੱਧੀ ਬਿਜਾਈ ਕਾਮਯਾਬ ਹੋ ਸਕਦੀ ਹੈ? ਸਿੱਧੀ ਬਿਜਾਈ ਦੇ ਵਿੱਚ ਡਾਕਟਰ ਸਾਹਿਬ ਇੱਦਾਂ ਹੈਗਾ ਕਿ ਸਭ ਤੋਂ ਪਹਿਲਾਂ ਤਾਂ ਪੈਲੀ ਨੂੰ 2 ਜਾਂ 3 ਵਾਰ ਰੌਣੀ ਕਰਨਾ ਪੈਂਦਾ। ਉਹਦੇ ਵਿੱਚ ਇੱਦਾਂ ਹੁੰਦਾ ਕਿ ਜੋ ਨਦੀਨ ਆ ਉਹ ਸਾਰੇ ਉੱਗ ਜਾਂਦੇ ਆ।
ਉਸ ਤੋਂ ਬਾਅਦ ਰੌਣੀ ਕਰਨ ਤੋਂ ਬਾਅਦ ਪਿਛਲੇ ਸਾਲ ਮੈਂ ਜਿਹੜਾ ਸੀ ਨਾ ਉਹ 5 ਜੂਨ ਨੂੰ ਡਰਿਲ ਕੀਤਾ ਸੀ ਝੋਨਾ 126 ਤੇ ਉਸ ਤੋਂ ਬਾਅਦ 24 ਜੂਨ ਨੂੰ ਬਾਸਮਤੀ ਕੀਤੀ ਸੀ ਤੇ 3 ਕਿੱਲੇ ਜਿਹੜੇ ਸੀ ਉਹ ਮੈਂ ਕੱਦੂ ਕਰਕੇ ਲਾਏ 2 ਕਿੱਲੇ ਬਾਸਮਤੀ ਤੇ 1 ਕਿੱਲਾ ਪਰਮਲ ਦੇ। ਉਹ ਰੱਬ ਦੀ ਕਰਨੀ ਕਿ ਬਾਕੀ 15-16 ਕਿੱਲੇ ਜਿਹੜੀ ਸਿੱਧੀ ਬਿਜਾਈ ਉਹਦੇ ਵਿੱਚ ਉਹ ਜਿਹੜਾ ਮਧਰੇ ਪੰਨ ਵਾਲਾ ਇੱਕ ਵੀ ਬੂਟਾ ਨਹੀਂ, ਲੇਕਿਨ ਜਿਹੜੀ ਬਾਸਮਤੀ 2 ਕਿੱਲੇ ਲਾਈ ਇੱਥੇ ਇਹੀ ਪਲਾਟ ਸੀ ਨਾਲ ਵਾਲਾ, ਉਹਦੇ ਵਿੱਚ ਉਹ ਬਿਮਾਰੀ ਬਹੁਤ ਆਈ, ਜਦ ਕਿ ਉਹਦੇ ਨਾਲ ਸਿੱਧੀ ਬਿਜਾਈ ਸੀ ਉਹਦੇ ਵਿੱਚ ਇੱਕ ਵੀ ਬੂਟਾ ਨਹੀਂ ਸੀ। ਤੇ ਮੈਨੂੰ ਤਾਂ ਡਾਕਟਰ ਸਾਹਿਬ 4 ਸਾਲ ਹੋ ਗਏ ਆ, ਖਰਚਾ ਘੱਟ ਹੈ 2-2.5 ਲੀਟਰ ਦੇ ਵਿੱਚ ਡਰਿਲ ਹੋ ਜਾਂਦੀ ਆ, ਸਪਰੇਅ ਨਾਲ ਹੋ ਜਾਂਦੀ ਆ। ਤੇ ਪਾਣੀ ਦੀ ਬਚਤ ਕਿੰਨੀ ਕੁ ਹੈ? ਪਾਣੀ ਡਾਕਟਰ ਸਾਹਿਬ ਪਹਿਲਾਂ 21 ਦਿਨ ਬਾਅਦ ਤਾਂ ਪਹਿਲਾਂ ਪਾਣੀ ਲਾਉਣਾ ਹੁੰਦਾ, ਉਸ ਤੋਂ ਬਾਅਦ ਬਰਸਾਤ ਸ਼ੁਰੂ ਹੋ ਜਾਂਦੀ ਆ ਤੇ ਮੋਸਟਲੀ ਟਿਊਬਵੈੱਲ ਬੰਦ ਰਹਿੰਦਾ ਜੀ, ਹਫ਼ਤੇ 'ਚ 1 ਜਾਂ 2 ਵਾਰੀ ਚੱਲਦਾ। ਪਰ 3 ਤੁਸੀਂ ਰੌਣੀਆਂ ਕਰਤੀਆਂ, ਗੱਲ ਤੇ ਉੱਥੇ ਨਹੀਂ ਆ ਗਈ ਕਿਤੇ? ਨਹੀਂ, ਰੌਣੀਆਂ ਤੇ ਡਾਕਟਰ ਸਾਹਿਬ ਪਹਿਲਾਂ ਫਿਰ ਉਹ ਨਦੀਨ ਵਾਸਤੇ ਕਰਨੇ ਪੈਂਦੀਆਂ, ਉਹ ਤਾਂ ਐਡੀ ਕੋਈ ਗੱਲ ਨਹੀਂ। ਮੇਨ ਗੱਲ ਹੈ ਕਿ ਪਾਣੀ ਲੀਚ ਹੁੰਦਾ, ਵੈਪੋਰੇਟ ਨਹੀਂ ਹੁੰਦਾ, ਲੀਚ ਹੁੰਦਾ। ਪਾ ਲਿਆ ਜ਼ਮੀਨ 'ਚ ਚਲ ਗਿਆ, ਜਿਹੜਾ ਕੱਦੂ ਹੈ ਉਹ ਵੈਪੋਰੇਟ ਕਰ ਦਿੰਦਾ, ਉਹਦੇ ਨਾਲ ਸਾਰਾ ਪਾਣੀ ਉੱਡਦਾ, ਜ਼ਮੀਨ 'ਚ ਨਹੀਂ ਜਾਂਦਾ। ਇਹ ਹੈ ਬਿਲਕੁਲ ਜੀ। ਮੈਂ ਸਮਝਦਾ ਕਿ ਇਹ ਸੋਚ ਵੀ ਸਾਨੂੰ ਲਿਆਉਣ ਦੀ ਲੋੜ ਹੈ ਕਿ ਜਦੋਂ ਅਸੀਂ ਕੱਦੂ ਕਰਨੇ ਆ ਤੇ ਇੱਕ ਲੈਂਟਰ ਜਿਹਾ ਪੈ ਜਾਂਦਾ ਤੇ ਪਾਣੀ ਥੱਲੇ ਜਾਂਦਾ, ਲੇਕਿਨ ਸਿੱਧੀ ਬਿਜਾਈ 'ਚ ਜੇ ਉੱਪਰੋਂ ਵੀ ਮੀਂਹ ਪੈਣਾ ਤੇ ਉਹ ਵੀ ਪਾਣੀ ਥੱਲੇ ਜਾਣਾ, ਤੇ ਜੇ ਅਸੀਂ ਪਾਣੀ ਲਾਣਾ ਤੇ ਉਹ ਵੀ ਕਿਤੇ ਨਾ ਕਿਤੇ ਧਰਤੀ ਦੇ ਹੇਠ ਪਾਣੀ ਜਾਣਾ। ਔਰ ਮੈਂ ਸਮਝਦਾ ਕਿ ਇੱਕ ਵਧੀਆ ਤਕਨੀਕ ਬਣ ਸਕਦੀ, ਬਸ਼ਰਤੇ ਆਪਾਂ ਤਕਨੀਕੀ ਪਹਿਲੂਆਂ ਨੂੰ ਨਾਲ ਲੈ ਕੇ ਚੱਲੀਏ। ਡਾਕਟਰ ਅਮਰੀਕ ਸਿੰਘ ਜੀ, ਦੇਖੋ ਜਦੋਂ ਸਿੱਧੀ ਬਿਜਾਈ ਦੀ ਗੱਲ ਆਉਂਦੀ ਹੈ, ਕਹਿਣ ਨੂੰ ਸਿੱਧੀ ਹੈ, ਲੇਕਿਨ ਕਈ ਵਾਰੀ ਇਹ ਸਿੱਧੀ ਨਹੀਂ ਰਹਿੰਦੀ। ਇਹ ਕਈ ਵਾਰੀ ਆਪਾਂ ਨੂੰ ਤਕਨੀਕੀ ਗਿਆਨ ਪੱਖੋਂ ਕਾਫੀ ਨੁਕਸਾਨ ਵੀ ਝੱਲਣਾ ਪੈ ਜਾਂਦਾ, ਲੇਕਿਨ ਤਕਨੀਕੀ ਪਹਿਲੂ ਜਿਹੜੇ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਗੱਲ ਕੀਤੀ ਹੈ, ਇਹ ਅਗਰ ਅਪਣਾਏ ਜਾਣ, ਤਕਨੀਕੀ ਨੁਕਤੇ ਅਪਣਾਏ ਜਾਣ, ਅੱਗੋਂ ਸਮਾਂ ਆਉਣ ਡਿਆ, ਕੀ ਤਕਨੀਕੀ ਲੋੜਾਂ ਤੁਸੀਂ ਸਮਝਦੇ ਹੋ ਕਿ ਬਤੌਰ ਮਾਹਿਰ ਹੋਣੀਆਂ ਚਾਹੀਦੀਆਂ ਤਾਂ ਕਿ ਸਿੱਧੀ ਬਿਜਾਈ ਜਿਹੜੀ ਹੈ ਉਹ ਵਾਕਈ ਸਿੱਧੀ ਹੋ ਜਾਵੇ? ਸੋ ਇਹਦੇ ਵਿੱਚ ਜਿਹੜੀ ਸਿੱਧੀ ਬਿਜਾਈ ਹੈ ਪਿਛਲੇ ਸਾਲ ਦੌਰਾਨ ਜਿਹੜੀ ਆ ਬਹੁਤ ਵਧੀਆ ਕਾਮਯਾਬੀ ਨਾਲ ਕਿਸਾਨਾਂ ਨੇ ਅਪਣਾਈ ਵੀ ਆ। ਇਸ ਪਿੰਡ ਦੇ ਵਿੱਚ ਸਰਦਾਰ ਸੁਲਵਿੰਦਰ ਸਿੰਘ ਉਹਨਾਂ ਨੇ ਪਹਿਲੀ ਵਾਰੀ ਜਿਹੜੀ ਸੀ ਉਹ ਕਰਵਾਈ ਸੀ। ਉਸ ਤੋਂ ਬਾਅਦ ਕਾਫੀ ਜਿੰਨੇ ਵੀ ਸਾਰੇ ਕਿਸਾਨ ਫੈਲੋ ਨੇ ਉਹ ਸਾਰਿਆਂ ਨੇ ਕੀਤੀ ਹੈ। ਸੋ ਇਹਦੇ ਵਿੱਚ 2-3 ਨੁਕਤੇ ਜਿਹੜੇ ਇਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਤਰ-ਬੱਤਰ ਦੇ ਵਿੱਚ ਜਿਹੜੀ ਬਹੁਤ ਜ਼ਰੂਰੀ ਹੈ ਕਿ ਤਰ-ਬੱਤਰ ਦੇ ਵਿੱਚ ਆਪਾਂ ਉਹਦੀ ਕਾਸ਼ਤ ਕਰੀਏ ਅਤੇ ਪਹਿਲਾ ਪਾਣੀ ਜਿਹੜਾ ਵਾ ਉਹ 21 ਦਿਨਾਂ ਬਾਅਦ ਲਾਈਏ। ਅਤੇ ਜਿਹੜੀ ਕਿਸਮਾਂ ਜਿਹੜੀਆਂ ਨੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਅਪਣਾਈਆਂ ਜਾਣ ਤੋਂ ਜ਼ਿਆਦਾ ਵਧੀਆ ਵਾ, ਕਿਉਂਕਿ ਉਹਨੂੰ ਜਿਹੜਾ ਵਾ ਉਹ ਜਿਹੜਾ ਜੀਵਨ ਕਾਲ ਜਿਹੜਾ ਉਹਦਾ ਘੱਟ ਜੂਗਾ। ਦੂਜੀ ਗੱਲ ਹੈ ਕਿ ਇਹਦਾ ਜਿਹੜੀ ਤੁਹਾਡੀ ਬਿਜਾਈ ਜਿਹੜੀ ਆ ਉਹ 1 ਜੂਨ ਤੋਂ ਬਾਅਦ ਕਰਨੀ ਆ। ਜਿੱਦਾਂ ਇਹਨਾਂ ਨੇ 5 ਜੂਨ ਨੂੰ ਕੀਤੀ, ਬਹੁਤ ਵਧੀਆ ਵਾ, ਬੜਾ ਵਧੀਆ ਇਹਨਾਂ ਦਾ ਉਪਰਾਲਾ ਵਾ। 1 ਜੂਨ ਤੋਂ ਬਾਅਦ ਕਰਨੀ, ਕਿਉਂਕਿ ਜੇ ਕਈ ਵਾਰੀ ਆਮ ਫਾਰਮਰ ਕੀ ਕਰਦੇ ਆ ਕਿ ਹੁਣ ਜਿੱਦਾਂ ਮਈ ਮਹੀਨਾ ਆ ਜਾਣਾ ਵਾ ਤਾਂ ਮਈ ਮਹੀਨੇ ਵਿੱਚ ਹੀ ਸ਼ੁਰੂ ਕਰ ਦਿੰਦੇ ਆ। ਉਹਦੇ ਨਾਲ ਕੀ ਹੁੰਦਾ ਕਿ ਮੁੜ ਕੇ ਪ੍ਰੋਬਲਮ ਆ ਜਾਂਦੀ ਆ। ਫਿਰ ਜੇ ਇੱਕ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਨੇ ਜਿਹੜੀ ਬਿਜਾਈ ਜਿਹੜੀ ਆ ਉਹ ਜੇ ਕਹੀਂ ਜਿਹੜੀ ਤੁਹਾਡੀ ਜਿਹੜੀ ਉਹਦੀ ਬਿਜਾਈ ਤੋਂ ਤੁਰੰਤ ਬਾਅਦ ਜਿਹੜੀ ਸਪਰੇਅ ਕਰਨੀ ਹੈ ਪੈਂਡੀਮੈਥਲਿਨ ਚਾਹੇ ਸਾਥੀ ਦੀ ਆ, ਉਹ ਅਸੀਂ ਜਿਹੜੀ ਬੂਮ ਸਪਰੇਅ ਨਾ ਕਰੀਏ ਤਾਂ ਜ਼ਿਆਦਾ ਵਧੀਆ ਵਾ, ਬਜਾਏ ਕਿ ਆਪਾਂ ਜਿਹੜੀਆਂ ਨੇ ਉਹ ਦੂਜੇ ਸਪਰੇਅ ਨਾ ਕਰੀਏ। ਤਾਂ ਇਹ ਤਕਨੀਕੀ ਨੁਕਤੇ ਜਿਹੜੇ ਅਪਣਾ ਕੇ ਮੇਰਾ ਖਿਆਲ ਉਹ ਵਧੀਆ ਕਾਮਯਾਬ ਹੋ ਸਕਦੀ ਆ। ਦੂਜੀ ਗੱਲ ਹੈ ਕਿ ਇਹਦੇ ਵਿੱਚ ਜਿਹੜੀ ਛਿੜਕਾਅ ਜਿਹੜੀ ਵੀਡੀਸਾਈਡ ਸਪਰੇਅ ਜਿਹੜੀ ਆ ਉਹ ਬੜੀ ਜ਼ਰੂਰੀ ਹੈ ਕਿ ਜੇਕਰ ਮੰਨ ਲਓ ਅਸੀਂ ਪੈਂਡੀਮੈਥਲਿਨ ਵੀ ਕਰ ਲਈਏ, ਫਿਰ ਵੀ ਜੇਕਰ ਕੋਈ ਰਹਿ ਗਿਆ ਨਹੀਂ ਰਹਿ ਗਿਆ ਤਾਂ ਫਿਰ ਉਹਨੂੰ ਮਤਲਬ ਕਿ ਜਿਹੜੀ 2-3 ਪੱਤਿਆਂ ਦੇ ਉੱਤੇ ਜਿਹੜੀ ਜੇ ਆਪਾਂ ਕੰਟਰੋਲ ਕਰ ਲਈਏ, ਇਹ ਨਾ ਵੇਖੀਏ ਕਿ ਬਾਹਰ ਲੱਗੇ ਦਿਖੇਗਾ ਕਿ ਨਹੀਂ ਦਿਖੇਗਾ। 2-3 ਪੱਤਿਆਂ ਦੇ 20 ਤੋਂ 25 ਦਿਨਾਂ ਦੇ ਵਿੱਚ ਸਪਰੇਅ ਜਿਹੜੀ ਨੋਮਨੀ ਗੋਲਡ ਚਾਹੇ ਰਾਜਸਟਾਰ ਉਹਦੀ ਸਪਰੇਅ ਕਰ ਦਈਏ ਤਾਂ ਜਿਹੜਾ ਹੋ ਜਾਊਗਾ। ਬਿਲਕੁਲ ਜੀ। ਕਈ ਵਾਰੀ ਨਾ ਅਸੀਂ ਨਾਂ ਤੋਂ ਬੜਾ ਪ੍ਰਭਾਵਿਤ ਹੋ ਜਾਂਦੇ ਹਾਂ ਵੀ ਸਿੱਧੀ ਬਿਜਾਈ ਹੈਗੀ ਹੈ ਤੇ ਕੋਈ ਗੱਲ ਨਹੀਂ, ਕੰਮ ਸਿੱਧੀ ਬੀਜ ਤੇ ਚੱਲ ਵੀ ਕਣਕ ਵਾਂਗੂ, ਲੇਕਿਨ ਇਹਦੇ ਵਾਸਤੇ ਸਾਨੂੰ ਜ਼ਿਆਦਾ ਤਕਨੀਕੀ ਤੌਰ ਤੇ ਚਤੰਨ ਹੋਣਾ ਪਊ, ਨਾ ਇਹਦੇ ਬਾਰੇ ਜਾਣਕਾਰੀ ਲੈਣੀ ਪਊ। ਤੇ ਆਪਣੇ ਦੇਖੋ ਤੁਹਾਡੀ ਜ਼ਮੀਨ ਕਿੰਝ ਦੀ ਹੈ, ਆਪਣੇ ਹਾਲਾਤ ਕਿੰਝ ਦੇ ਨੇ, ਫਿਰ ਉਸ ਕਿਸਮਾਂ ਦੀ ਬੜੀ ਵੱਡੀ ਗੱਲ ਤੁਸੀਂ ਕਿਹਾ ਕਿ ਕਿਸਮਾਂ ਜਿਹੜੀਆਂ ਘੱਟ ਸਮਾਂ ਲੈਣ ਵਾਲੀ ਕਿਸਮਾਂ ਦੀ ਬਿਜਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਹਾਂਜੀ ਭਾਜੀ, ਕੀ ਆਪਣਾ ਨਾਂ ਜੀ, ਕਿੱਥੋਂ ਤੁਸੀਂ, ਕਿਹੜਾ ਤੁਹਾਡਾ ਪਿੰਡ ਹੈ? ਹਾਂਜੀ, ਤਲਵੰਡੀ ਪਿੰਡ ਹੈ ਜੀ, ਬਿਕਰਮਜੀਤ ਸਿੰਘ। ਅੱਛਾ, ਕਿੰਨੀ ਖੇਤੀ ਤੁਸੀਂ ਕਰਦੇ ਹੋ? 17 ਕਿੱਲੇ ਹੈਗੀ ਜੀ। ਕੀ ਬੀਜਦੇ ਹੋ ਵਿਕਰਮ ਜੀ? ਇਹ ਕਣਕ ਝੋਨਾ ਹੀ ਕਰੀਦਾ ਜੀ। ਹਾਂਜੀ, ਕਣਕ ਕਿੱਦਾਂ ਰਹੀ ਯਾਰ? ਕੀ ਕਣਕ ਠੀਕ ਹੀ ਆ, ਲੇਟ ਹੀ ਬੀਜੀ ਤੇ ਠੀਕ ਹੀ ਆ, ਲੇਟ ਵੈਸੇ ਠੀਕ ਰਹਿੰਦੀ ਹੈ ਕਣਕ, ਗੇਤੀ ਜਿਹੜੀ ਹੈ ਨਾ ਉਹ ਮੈਨੂੰ ਲੱਗਦਾ ਪ੍ਰੋਬਲਮ ਕਰਦੀ। ਮੇਰਾ ਨਾਂ ਜਸਪਾਲ ਸਿੰਘ ਆ ਜੀ। ਇਸੇ ਪਿੰਡ ਦੇ ਤਲਵੰਡੀ ਪਿੰਡ ਦੇ ਵਾਸੀ? ਮੇਰਾ ਪਿੰਡ ਨਾਲ ਨੱਕੀ ਪਿੰਡ ਆ ਜੀ। ਅੱਛਾ, ਕਿੰਨੀ ਕੁ ਦੂਰ ਇੱਥੋਂ? ਬਸ 1 ਕਿਲੋਮੀਟਰ। ਅੱਛਾ, ਜਸਪਾਲ ਸਿੰਘ ਜੀ ਕਿਹੜੀ ਫਸਲ ਬੀਜਦੇ ਤੁਸੀਂ? ਦੇਖੋ ਡਾਕਟਰ ਸਾਹਿਬ, ਜ਼ਿਆਦਾਤਰ ਜਿਹੜੇ ਜ਼ਿਮੀਂਦਾਰ ਨੇ ਸਾਰੇ ਕਣਕ ਝੋਨੇ ਮਗਰੀ ਨੇ, ਪਰ ਕੁਝ ਲੋਕ ਇੱਧਰ ਆਪਣੇ ਕਮਾਦ ਦੀ ਬਿਜਾਈ ਵੀ ਆਕਾਂ ਵਧੀ ਆ। ਬਾਕੀ ਮੈਂ ਜੋ ਖੇਤੀ ਕਰ ਰਿਹਾ, ਮੈਂ ਫੌਜੀ ਬੰਦਾ ਆ, ਮੈਂ ਪੈਨਸ਼ਨ ਆਇਆ, ਮੈਨੂੰ 7-8 ਸਾਲ ਹੋਏ ਪੈਨਸ਼ਨ ਆਏ ਨੂੰ, ਅਤੇ ਮੈਂ ਜ਼ਿੰਦਗੀ ਦਾ ਮਾਹਰਾਂ ਨਾਲ ਜਾਂ ਆਪਣਾ ਤਜਰਬਾ ਮੇਰਾ ਕਹਿੰਦਾ ਵੀ ਜਿਹੜੀ ਤੁਸੀਂ ਹਰੀ ਖਾਦ ਦੀ ਗੱਲ ਕਰ ਰਹੇ ਸੀ, ਉਹ ਪਿਛਲੀ ਵਾਰ ਮੈਂ ਬੀਜੀ ਆ। ਮੈਂ 10 ਕਨਾਲਾਂ 'ਚ ਜੰਤਰਾ ਬੀਜਿਆ ਸੀ, ਉਹ ਤਕਰੀਬਨ 5-6 ਫੁੱਟ ਹੋ ਗਿਆ ਸੀ, ਅਤੇ ਉਹਨੂੰ ਮੈਂ ਪਹਿਲਾਂ 2 ਤਵੀਆਂ ਦੀ ਪਾਈ ਸੁੱਕੇ, ਉਦੋਂ ਬਾਅਦ ਦੇ ਵਿੱਚ ਮੈਂ ਪਾਣੀ ਥੋੜ੍ਹਾ ਪਾ ਕੇ ਉਹਦੇ ਵਿੱਚ ਰੋਟਾਵੀਟਰ ਫੇਰ ਦਿੱਤਾ, 1 ਦਿਨ ਛੱਡ ਦਿੱਤਾ,
2 ਦਿਨਾਂ ਬਾਅਦ ਤੀਜੇ ਦਿਨ ਮੈਂ ਦੁਬਾਰਾ ਉਹ 'ਚ ਕੱਦੂ ਕਰਕੇ ਥੋੜਾ ਪਾਣੀ ਪਾ ਕੇ ਰੋਟਾਵੀਟਰ ਫਿਰ ਸੇ ਝੋਨਾ ਲਵਾ ਦਿੱਤਾ। ਉਹ ਮੇਰੀ ਪੈਲੀ ਰੇਤਲੀ ਸੀ, ਉਹਦੇ ਵਿੱਚ ਪਾਣੀ ਕਦੀ ਖਲੋਤਾ ਹੀ ਨਹੀਂ, ਲੇਕਿਨ ਉਹ ਜਦੋਂ ਮੈਂ ਪਾਣੀ ਦਾ ਭਰਿਆ ਉਹ 7-8 ਦਿਨ ਇੱਦਾਂ ਰਹਿ ਗਿਆ ਜਿੱਦਾਂ ਸੱਪੜ ਬਣਿਆ ਹੁੰਦਾ। ਦੁਬਾਰਾ ਮੈਂ ਉਹਨੂੰ ਪਾਣੀ ਨਹੀਂ ਲਾਇਆ ਔਰ ਉਹਦੇ ਵਿੱਚ ਮੈਂ ਨਾ ਕੋਈ ਡਾਇਆ ਪਾਈ, ਨਾ ਕੋਈ ਮੈਂ ਉਹ 'ਚ ਪਟਾਸ ਪਾਈ। ਇੱਕ ਬੋਰੀ ਮੈਂ 10 ਕਨਾਲਾਂ ਨੂੰ ਯੂਰੀਆ ਦੀ ਪਾਈ, ਉਹ ਵੀ ਮੈਨੂੰ ਐਂ ਲੱਗਾ ਜਿੱਦਾਂ ਮੈਂ ਜ਼ਿਆਦਾ ਪਾਤੀ ਆ। ਉਹ ਝੋਨੇ ਦਾ ਰੰਗ ਦੂਰੋਂ ਲੱਭਦਾ ਸੀ ਔਰ ਉਹਨੇ 32 ਕੁਇੰਟਲ ਦੇ ਕਰੀਬ ਝਾੜ ਦਿੱਤਾ। 27 ਮੈਂ ਲਾਈ ਹੋਈ ਸੀ ਉਹਦੇ 'ਤੇ ਫਸਲ। ਕੀ ਸ਼ੁਭ ਨਾਮ ਆਪਣਾ ਜੀ? ਹਰਜੀਤ ਸਿੰਘ ਜੀ। ਹਰਜੀਤ ਸਿੰਘ ਜੀ, ਕਿੱਥੇ ਤੁਸੀਂ ਕਾਰੋਬਾਰ ਕਰਦੇ ਹੋ ਕਿ ਆਪਣੀ ਖੇਤੀ ਕਰਦੇ ਹੋ? ਅਸੀਂ ਖੇਤੀ ਕਰੀਦੇ ਤੇ ਕਾਰੋਬਾਰ ਵੀ। ਕੀ ਬਾਤ ਹੈ, ਕਾਰੋਬਾਰ ਵੀ ਖੇਤੀ ਹੈ। ਮੈਂ ਕਹਿੰਦਾ ਖੇਤੀ ਵੀ ਕਾਰੋਬਾਰ ਹੀ ਹੈ। ਤੇ ਕਿਹੜੀ ਫਸਲ ਬੀਜਦੇ ਹੋ? ਆਪਾਂ ਪਤਾ ਗੰਨਾ ਬੀਜਦੇ ਹਾਂ ਜੀ। ਗੰਨਾ, ਕਣਕ ਝੋਨਾ ਨਹੀਂ ਬੀਜਦੇ? ਥੋੜਾ ਹੈ। ਅੱਛਾ, ਤੇ ਕਣਕ ਝੋਨਾ ਆਪਣਾ ਗੰਨੇ ਦੇ ਵਿੱਚ ਪੇਮੈਂਟ ਹੋ ਜਾਂਦੀ ਟਾਈਮ ਨਾਲ? ਇਹ ਤਾਂ ਬਹੁਤ ਵਧੀਆ ਹੋਈ ਹੈ ਜੀ, ਅੱਗੇ ਤਾਂ ਨਹੀਂ ਹੁੰਦੀ ਪਰ ਇਹ ਤਾਂ ਬਹੁਤ ਵਧੀਆ ਹੋਈ ਹੈ ਜੀ। ਅੱਛਾ, ਕਮਾਦ ਦੇ ਵਿੱਚ ਕਈ ਕਿਸਾਨ ਸਾਡੇ ਨਾ ਮੂੰਗੀ ਦੀ ਕਾਸ਼ ਵੀ ਕਰਦੇ ਆ, ਕਮਾਦ ਥੋੜਾ ਵਿਰਲਾ ਲਾ ਕੇ ਤੇ ਉਹਦੇ ਵਿੱਚ ਹੋਰ ਫਸਲਾਂ ਦੀ ਕਾਸ਼ ਵੀ ਕਰਦੇ ਆ। ਇਹਦੇ ਬਾਰੇ ਸੋਚਿਆ ਕਦੀ? ਹੋ ਜਾਂਦੀ ਪਰ ਲੇਬਰ ਦੀ ਬਹੁਤ ਪ੍ਰੋਬਲਮ ਹੈ ਜੀ। ਹੁਣ ਲੇਬਰ ਹੈ ਨਹੀਂ ਜੀ। ਹੋ ਜਾਂਦੀ ਹੈ, ਫਾਇਦਾ ਹੈਗਾ। ਹਾਂਜੀ, ਫਾਇਦਾ ਬਹੁਤ ਜ਼ਿਆਦਾ, ਪਰ ਸਿਰਫ ਲੇਬਰ ਹੈ ਨਹੀਂ ਜੀ। ਤੇ ਉਹਦੇ ਨਾਲ ਇਹ ਵੀ ਹੈ ਕਿ ਜਿਸ ਤਰ੍ਹਾਂ ਡਾਕਟਰ ਦਿਲਰਾਜ ਜੀ ਨੇ ਗੱਲ ਕੀਤੀ ਸੀ ਵੀ ਇਹ ਜਦੋਂ ਆਪਾਂ ਮੂੰਗੀ ਦੀ ਫਸਲ ਦੀ ਕਾਸ਼ ਕਰਨੇ ਆ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਹਾਂਜੀ, ਵੱਧਦੀ। ਇਹਨਾਂ ਥੱਲੇ ਛੋਟੇ ਮਾਵਾਂ ਦੀਆਂ ਮੂੰਗੀ ਦੀਆਂ ਜੜ੍ਹਾਂ ਜਿਹੀਆਂ ਹੁੰਦੀਆਂ ਜੀ, ਉਹ ਗੰਢਾਂ ਜਿਹੀਆਂ ਹੁੰਦੀਆਂ ਜੀ, ਉਹਦੇ ਕਰਕੇ ਜਿਹੜੀ ਫਸਲ ਦਾ ਬੜਾ ਫਰਕ ਪੈਂਦਾ ਹੈ ਜੀ। ਹਾਂਜੀ, ਆਪਾਂ ਬੀਜਦੇ ਹੁੰਦੇ ਪਹਿਲਾਂ ਜਦੋਂ ਲੇਬਰ ਹੀ, ਉਦੋਂ ਹੀ ਮਾਂ ਬਹੁਤ ਜ਼ਿਆਦਾ ਬੀਜਦੇ ਸੀ, ਹੁਣ ਲੇਬਰ ਦੀ ਪ੍ਰੋਬਲਮ ਬਹੁਤ ਹੈ। ਇਹ ਡਾਕਟਰ ਅਮਰੀਕ ਸਿੰਘ ਜੀ, ਕੀ ਲੇਬਰ ਦੀ ਸਮੱਸਿਆ ਦਾ ਕੋਈ ਹੱਲ ਨਹੀਂ? ਕੋਈ ਟੈਕਨੀਕਲ ਮਕੈਨੀਕਲ ਵੇ ਨਹੀਂ ਆਇਆ ਕੋਈ? ਨਹੀਂ, ਹੈਗੀਆਂ ਨੇ ਇਹਦੇ 'ਚ ਮਕੈਨੀਕਲ ਸਾਡੇ ਕੋਲ ਹੀ ਮੇਰੇ ਖਿਆਲ ਉਹ ਡਰਿੱਲਾਂ ਛੋਟੀਆਂ ਪਈਆਂ ਨੇ, ਉਹਦੇ ਨਾਲ ਆਪਾਂ ਜਿਹੜੀ ਉਹਨੂੰ ਕੇਰ ਸਕਦੇ, ਚਾਹੇ ਉਹ 'ਚ ਮੂੰਗੀ ਹੈ, ਚਾਹੇ ਮਾਣ ਹੈ, ਚਾਹੇ ਸਰੋਂ ਆ। ਤੇ ਉਹਦੇ 'ਚ ਕੁਛ ਨਾ ਕੁਛ ਤਾਂ ਪ੍ਰੋਬਲਮ ਲੇਬਰ ਦੀ ਹੈਗੀ, ਬਟ ਉਹ ਇੰਨੀ ਨਹੀਂ ਕਿ ਜਿੰਨੀ ਕਿ ਆਪਾਂ ਕਹਿੰਦੇ ਆ। ਬਟ ਇਹ ਹੈ ਕਿ ਹੁਣ ਸਾਡੇ ਕੋਲ ਹਾਰਵੈਸਟਿੰਗ ਦਾ ਜਿਹੜੀ ਤੁਹਾਡੀ ਬਿਜਾਈ ਦਾ ਉਹ ਮਸ਼ੀਨਾਂ ਹੈਗੀਆਂ ਨੇ, ਆਪਾਂ ਕਰ ਸਕਦੇ, ਕੋਈ ਏਡੀ ਵੱਡੀ ਗੱਲ ਨਹੀਂ। ਮੇਰਾ ਨਾਮ ਜੀ ਸਰਜੀਵਨ ਕੁਮਾਰ ਜੀ, ਤੇ ਬੇਸਿਕ ਤੌਰ 'ਤੇ ਮੈਂ RMP ਡਾਕਟਰ ਵੀ ਹਾਂ ਜੀ, ਪ੍ਰੈਕਟਿਸ ਕਰਦਾ ਜੀ। ਚਲੋ ਖੇਤੀਬਾੜੀ ਤਾਂ ਮੇਰੀ ਨਹੀਂ ਹੈਗੀ, ਪਰ ਮੈਂ ਇੱਕ ਆਪਣਾ ਤਜਰਬਾ ਜ਼ਰੂਰ ਤੁਹਾਡੇ ਨਾਲ ਸਾਰੇ ਨਾਲ ਸ਼ੇਅਰ ਕਰਾਂਗਾ ਕਿ ਮੈਂ ਪਿੰਡ ਭਰਤਕਾਈ ਚੱਕ ਦਾ ਪੰਚਾਇਤ ਦਾ ਸੱਪੜ ਲਿਆ ਸੀ, 2005 'ਚ ਲਿਆ ਸੀ ਤੇ 15 ਤੱਕ ਵਰਤਿਆ ਜੀ ਉਹ। ਔਰ ਉਹਦੇ 'ਚ ਮੈਂ ਮੱਛੀ ਪਾਲਣ ਦਾ ਪ੍ਰੋਗਰਾਮ ਕੀਤਾ ਸੀ ਔਰ 1 ਕਿੱਲੇ ਦਾ ਸੀਗਾ ਜੀ। ਔਰ ਮੈਂ ਸਾਲ ਦੇ ਵਿੱਚ ਆਪਾਂ 4 ਭਾਈਵਾਲ ਸੀ ਔਰ ਅਸੀਂ 2.5 ਲੱਖ ਰੁਪਈਆ ਸਾਲ ਦਾ ਕੱਢਿਆ ਸੀ ਜੀ। ਔਰ 2.5 ਲੱਖ? ਹਾਂਜੀ, 10 ਲੱਖ ਹੋ ਗਏ ਟੋਟਲ ਜੀ? ਨਹੀਂ, ਕਿੱਲੇ ਦਾ ਜਾਣੀ ਕਿ 2.5 ਲੱਖ ਸੀ ਜੀ। ਤੇ ਉਹ ਪਹਿਲੇ ਸਾਲ ਸੀ। ਜਦੋਂ ਅਸੀਂ ਦੂਸਰੇ ਸਾਲ ਕੰਮ ਕੀਤਾ ਸ਼ੁਰੂ, ਉਹ 4-4 ਮਹੀਨੇ ਬਾਅਦ ਜਦੋਂ ਸੀਟ ਪਾਉਂਦੇ ਸੀ ਨਾ, ਤਾਂ ਫਿਰ ਉਹ 4 ਮਹੀਨੇ ਦਾ ਸਾਡਾ 2.5 ਲੱਖ ਹੋ ਗਿਆ ਸੀ ਜੀ। ਫਿਰ ਅਸੀਂ ਉਹ ਤਜਰਬਾ ਮੇਰਾ ਹੋਇਆ ਕਿ ਜੇਕਰ ਸਾਡੇ ਪਿੰਡ 'ਚ ਜਿਹੜੇ ਛੋਟੇ ਜ਼ਿਮੀਂਦਾਰ ਹੈ ਜਿਨ੍ਹਾਂ ਨੇ ਮਿੱਟੀ ਪਟਾਈ ਹੋਈ ਹੈ, ਉਹ ਖੇਤੀ ਇਸ ਤਰ੍ਹਾਂ ਪਈ ਹੈ, ਜੇਕਰ ਉਹਨਾਂ 'ਚੋਂ ਮੱਛੀ ਪਾਲਣ ਦਾ ਉਹ ਕੰਮ ਕਰਨ ਤੇ ਉਹਨਾਂ ਜ਼ਿਮੀਂਦਾਰਾਂ ਨੂੰ ਕਾਫੀ ਫਾਇਦਾ ਹੋ ਸਕਦਾ। ਤੇ ਜਾਂਦੇ ਜਾਂਦੇ ਮੂੰਗੀ ਦੀ ਕਾਸ਼ ਬਾਰੇ ਸੁਨੇਹਾ ਲੈਣਾ ਜ਼ਰੂਰ ਬਣਦਾ ਡਾਕਟਰ ਅਮਰੀਕ ਸਿੰਘ ਕੋਲੋਂ। ਸਾਰੇ ਜਿਹੜੇ ਸਾਡੇ ਕੋਲ ਕਿਸਾਨ ਬੈਠੇ ਨੇ ਇਹ ਵੀ ਇਹ ਤਈਦ ਕਰਨ ਦੇ ਨੇ ਕਿ ਮੂੰਗੀ ਦੀ ਕਾਸ਼ ਜੇ ਕਰੀ ਤਾਂ ਫਾਇਦਾ ਹੋ ਸਕਦਾ, ਔਰ ਨਾਲ ਦੇ ਨਾਲ ਜਿਹੜੇ ਕਪਾਹ ਦੇ ਇਲਾਕੇ ਨੇ ਉੱਥੇ ਮੂੰਗੀ ਦੀ ਕਾਸ਼ ਨਹੀਂ ਕਰਨੀ, ਇਹਦੇ ਬਾਰੇ ਵੀ ਗੱਲ ਕੀਤੀ ਹੈ। ਡਾਕਟਰ ਅਮਰੀਕ ਸਿੰਘ ਜੀ, ਕੋਈ ਸੁਨੇਹਾ ਦਿਓ ਮੂੰਗੀ ਬਾਰੇ। ਸੋ ਹੁਣ ਜਿਹੜੀ ਆਪਾਂ ਕਣਕ ਦੀ ਕਟਾਈ ਕਰ ਰਹੇ ਹਾਂ, ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਜਿਨ੍ਹਾਂ ਕਿਸਾਨ ਵੀਰਾਂ ਨੇ ਮੂੰਗੀ ਦੀ ਕਾਸ਼ਤ ਕਰਨੀ, ਉਹਦੇ ਵਿੱਚ ਸਿੱਧੀ ਆਪਾਂ ਡਰਿਲ ਦੇ ਨਾਲ, ਚਾਹੇ ਹੈਪੀ ਸੀਡਰ ਨਾਲ ਚੈੱਕ ਕਰ ਲਓ, ਚਾਹੇ ਦੂਜੀ ਡਰਿਲ ਨਾਲ ਕਰ ਲਓ, ਸਿੱਧੀ ਕਰਕੇ ਤੇ ਬਾਅਦ 'ਚ ਅਸੀਂ ਜੇ ਬੱਤਰ ਹੈਗਾ ਠੀਕ ਹੈ, ਜੇ ਨਹੀਂ ਬੱਤਰ ਹੈਗਾ ਤੇ ਆਪਾਂ ਪਾਣੀ ਲਾਸ ਕੇ ਤੇ ਉਹ ਤੁਹਾਡੀ ਮੂੰਗੀ ਦੀ ਜਿਹੜੀ ਬਿਜਾਈ ਜਿਹੜੀ ਹੋ ਜਾਏਗੀ। ਸੋ ਇਹਦੇ ਵਿੱਚ ਜਦੋਂ ਆਪਾਂ ਝੋਨੇ ਦੀ ਲਵਾਈ ਕਰਨੀ ਆ, ਉਹ ਤੋਂ ਪਹਿਲਾਂ ਆਪਣੀ ਜਿਹੜੀਆਂ ਨੇ ਕਟਾਈ ਕਰਕੇ ਖੇਤ ਵੇਲੇ ਹੋ ਜਾਂਦੇ ਨੇ। ਇਹ 'ਚ ਇੱਕ ਹੋਰ ਗੱਲ ਕਰਨੀ ਹੈ ਕਿ ਜਿਹੜੀ ਮੂੰਗੀ ਦੀ ਫਸਲ ਜਿਹੜੀ ਆ, ਅਸੀਂ ਜਿਹੜੇ ਤੁਹਾਡੇ ਕਪਾਹ ਵਾਲੇ ਇਲਾਕੇ ਆ ਉਹਨਾਂ ਦੇ ਵਿੱਚ ਆਪਾਂ ਨਹੀਂ ਕਰਨੀ, ਕਿਉਂਕਿ ਉੱਥੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਤੁਹਾਡੀ ਚਿੱਟੀ ਮੱਖੀ ਆ ਉਹ ਕਪਾਹ ਦਾ ਨੁਕਸਾਨ ਬੜਾ ਕਰਦੀ ਆ। ਪਿਛਲੇ ਸਾਲ ਉੱਥੇ ਮੂੰਗੀ ਤੇ ਆਉਂਦੀ ਸੀ, ਤਾਂ ਉਹ ਮੂੰਗੀ ਤੇ ਆਉਂਦੀ ਹੈ, ਤੇ ਤਾਂ ਕਰਕੇ ਉੱਥੇ ਜਿਹੜਾ ਵਾ ਇਹਨੂੰ ਆਪਾਂ ਗਰੇਜ ਕਰੀਏ। ਸੋ ਪਿਆਰੇ ਕਿਸਾਨ ਵੀਰੋ ਤੇ ਭੈਣੋ, ਲੋੜ ਹੈ ਕਿ ਤਕਨੀਕੀ ਗਿਆਨ ਨਾਲ ਜੁੜੀਏ। ਅਜਿਹੇ ਖੇਤ ਦਿਵਸ ਜਦੋਂ ਅਸੀਂ ਲਾਉਂਦੇ ਹਾਂ, ਸਾਡਾ ਮਕਸਦ ਇੱਕੋ ਹੀ ਹੁੰਦਾ ਕਿ ਅਸੀਂ ਕਿਸਾਨਾਂ ਦੀਆਂ ਗੱਲਾਂ ਤੁਹਾਡੇ ਨਾਲ ਸਿੱਧੀਆਂ ਕਰੀਏ ਔਰ ਮਾਹਿਰ ਜਿਹੜੇ ਨੇ ਮੌਕੇ 'ਤੇ ਕਿਸਾਨਾਂ ਦੀਆਂ ਸਵਾਲਾਂ ਦੇ ਜਵਾਬ ਵੀ ਦੇਣ। ਬੜੀ ਖੁਸ਼ੀ ਦੀ ਗੱਲ ਹੈ, ਕਿਸਾਨਾਂ ਨੇ ਬੜੀਆਂ ਦਿਲ ਦੀਆਂ ਗੱਲਾਂ ਸਾਡੇ ਨਾਲ ਕੀਤੀਆਂ। ਸਰਪੰਚ ਸਾਹਿਬ ਵੀ ਇੱਥੇ ਆਏ ਨੇ ਔਰ ਕਿਸਾਨ ਸਲਵਿੰਦਰ ਸਿੰਘ, ਸਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਕਿਸਾਨ ਵੀ ਸੀ ਔਰ ਮਾਹਿਰ ਡਾਕਟਰ ਅਮਰੀਕ ਸਿੰਘ ਜਿਹੜੇ ਕਿ ਸਾਡੇ ਪੰਜਾਬ ਸੂਬੇ ਦੇ ਬੜੇ ਸਰਕਰਦਾ ਮਾਹਿਰ ਨੇ, ਡਾਕਟਰ ਹਰਪਿੰਦਰ ਸਿੰਘ, ਡਾਕਟਰ ਦਿਲਰਾਜ, ਡਾਕਟਰ ਬਲਜਿੰਦਰ। ਸੋ ਇਹਨਾਂ ਮਾਹਿਰਾਂ ਦਾ ਵੀ ਧੰਨਵਾਦ। ਬਾਕੀ ਖੇਤੀਬਾੜੀ ਵਿਭਾਗ ਦੇ ਬਾਕੀ ਜਿਹੜੇ ਅਫਸਰ ਇੱਥੇ ਆਏ ਨੇ, ਖੇਤੀਬਾੜੀ ਵਿਸਥਾਰ ਅਫਸਰ, ਉਹਨਾਂ ਦਾ ਵੀ ਬਹੁਤ ਧੰਨਵਾਦ। ਕਿਸਾਨਾਂ ਦੀ ਬਹੁਤ ਬਹੁਤ ਮਿਹਰਬਾਨੀ।